ਸਰ ਮੈਂ ਜਦੋਂ ਛੋਟੀ ਸੀ, ਮੈਂ ਸਾਲ 1 ਦੀ ਸੀ ਜਦੋਂ ਮੈਨੂੰ ਪੋਲੀਓ ਦੀ ਬਿਮਾਰੀ ਹੋ ਗਈ ਸੀਗੀ। ਤੇ ਉਸ ਤੋਂ ਬਾਅਦ ਅਸੀਂ ਘਰ ਦੇ ਵਿੱਚ 5 ਭੈਣਾਂ ਸੀ ਤੇ 2 ਮੇਰੇ ਛੋਟੇ ਭਰਾ ਸੀਗੇ। ਘਰ ਦੇ ਵਿੱਚ ਇੰਨੀ ਗਰੀਬੀ ਸੀ, ਮੇਰੇ ਫਾਦਰ ਸਾਹਿਬ ਮਜ਼ਦੂਰੀ ਕਰਦੇ ਸੀ। ਮੇਰੀਆਂ ਭੈਣਾਂ ਨੇ ਚੁੱਕ ਕੇ ਮੈਨੂੰ ਮੋਢਿਆਂ ਤੇ ਸਕੂਲ ਲੈ ਕੇ ਜਾਣਾ ਤੇ ਚੁੱਕ ਕੇ ਵਾਪਸ ਲੈ ਕੇ ਆਉਣਾ। ਉਹਨਾਂ ਨੇ ਮੈਨੂੰ ਇੱਕ ਗੱਲ ਸਮਝਾਈ ਸੀ ਕਿ ਜੇ ਤੂੰ ਪੜ੍ਹ ਜਾਊਂਗੀ, ਤੂੰ ਆਪਣੇ ਪੈਰਾਂ ਤੇ ਖੜੀ ਹੋ ਜਾਊਂਗੀ, ਤੈਨੂੰ ਕਿਸੇ ਦੀ ਜ਼ਰੂਰਤ ਨਹੀਂ ਪੈਣੀ। ਸਾਡੇ ਕਾਲਜ ਦੇ ਵਿੱਚੋਂ ਮੈਂ ਪਹਿਲੀ ਕੁੜੀ ਸੀ ਜਿਹਨੇ UGC ਨੈਟ ਕਲੀਅਰ ਕੀਤਾ ਸੀ ਤੇ ਮੇਰਾ ਨਾਮ ਹਜੇ ਵੀ ਨੋਟਿਸ ਬੋਰਡ ਤੇ ਲੱਗਾ। 2016 ਦੇ ਵਿੱਚ ਮੇਰੇ ਹਸਬੈਂਡ ਨੂੰ ਹਾਰਟ ਦੀ ਪ੍ਰੋਬਲਮ ਆ ਗਈ, ਉਹਨਾਂ ਨੂੰ ਅਟੈਕ ਹੋ ਗਿਆ। ਤੇ 2016 ਦੇ ਵਿੱਚ ਜਦੋਂ ਮੈਂ ਇਹ ਮਤਲਬ ਕਿ ਦੇਖਿਆ ਤੇ ਮੈਂ ਬਿਲਕੁਲ ਇੱਕ ਤਰ੍ਹਾਂ ਦੇ ਨਾਲ ਸ਼ੌਕਡ ਹੋ ਗਈ ਕਿ ਹੁਣ ਮੇਰੇ ਬੱਚੇ ਦਾ ਕੀ ਬਣੂਗਾ। ਹੁਣ ਬਿਲਕੁਲ ਉਹ ਡਿਪਰੈਸ਼ਨ ਦੇ ਵਿੱਚ ਆ। ਹੁਣ ਘਰ ਬੈਠੇ ਆ, ਮੇਰੇ ਨਾਲ ਧਰਨੇ ਤੇ ਹੁੰਦੇ ਆ। ਮੈਂ ਜਦੋਂ ਜੁਆਇਨਿੰਗ ਲੈਟਰ ਲੈਣ ਜਾਂਦੀ ਸੀ ਤੇ ਵਾਪਸ ਆਉਂਦੀ ਸੀ, ਮੇਰੀਆਂ ਅੱਖਾਂ ਤੋਂ ਇੱਜੇ ਹੰਝੂ ਆਉਂਦੇ ਸੀ। ਮੈਨੂੰ ਲੱਗਾ ਕਿ ਪਰਮਾਤਮਾ ਜਿਹੜਾ ਆ ਉਹ ਕਦੇ ਨਾ ਕਦੇ ਮਿਹਨਤ ਦਾ ਫਲ ਜ਼ਰੂਰ ਦਿੰਦਾ ਆ। ਪਿਛਲੀਆਂ ਸਰਕਾਰਾਂ ਦੇ ਵਿੱਚ ਮੈਨੂੰ PWD ਕੈਟਾਗਰੀ ਦੇ ਵਿੱਚੋਂ ਪੈਨਸ਼ਨ ਮਿਲਦੀ ਸੀ 1500 ਰੁਪਏ ਮਹੀਨਾ। ਉਹ ਵੀ ਮੈਨੂੰ ਆਮ ਆਦਮੀ ਪਾਰਟੀ ਨੇ ਛਡਵਾ ਲਈ। ਤੇ ਸਿੱਖਿਆ ਮੰਤਰੀ ਜੀ ਨੇ ਹੱਥ ਖੜੇ ਕਰਤੇ ਕਿ ਮੇਰੇ ਹੱਥ ਵਿੱਚ ਕੁਝ ਨਹੀਂ ਹੈਗਾ, ਤੁਸੀਂ ਧਰਨੇ ਲਾਓ, ਜੋ ਮਰਜ਼ੀ ਕਰੋ, ਮੈਂ ਕੁਝ ਨਹੀਂ ਕਰ ਸਕਦਾ ਤੁਹਾਡੇ ਲਈ। ਕਿ ਸਰਕਾਰ ਦੀ ਜਿਹੜੀ ਨੀਤੀ ਆ, ਜੇ ਮੈਂ ਕਹਾਂ ਕਿ ਸਕੂਲ ਐਜੂਕੇਸ਼ਨ ਲਈ ਆ, ਤੇ ਸਕੂਲਾਂ ਦੀ ਹਾਲਤ ਵੀ ਕੋਈ ਵਧੀਆ ਨਹੀਂ ਹੈਗੀ। ਇੱਕ ਸਿਰਫ ਢੋਂਗ ਆ, ਡਰਾਮਾ ਆ ਜਿਹੜਾ ਕਿ ਰਚ ਰਹੀ ਆ, ਬਦਲਾਵ ਦਾ ਨਾਰਾ ਲੈ ਕੇ ਆਈ ਆ। ਇਹ ਮੈਂ ਅੱਜ ਮਤਲਬ ਕਿ ਪਛਤਾ ਰਹੀ ਹਾਂ ਕਿ ਜੇ ਮੈਂ ਸਿੱਖਿਆ ਨਾ ਪ੍ਰਾਪਤ ਕੀਤੀ ਹੁੰਦੀ ਤਾਂ ਕੋਈ ਆਪਣਾ ਬੈਠ ਕੇ ਕੋਈ ਸਿਲਾਈ ਕਢਾਈ ਦਾ ਕੰਮ ਕਰਕੇ ਐਟਲੀਸਟ ਮੈਂ ਕੁਝ ਕਮਾ ਕੇ ਖਾਂਦੀ ਤਾਂ ਹੁੰਦੀ, ਮੈਂ ਆਪਣਾ ਪਰਿਵਾਰ ਤਾਂ ਪਾਲ ਲੈਂਦੀ ਹੁੰਦੀ। ਮੇਰੀ ਛੋਟੀ ਜੀ 5 ਸਾਲ ਦੀ ਬੱਚੀ ਮੇਰੇ ਨਾਲ ਆਈ ਹੋਈ ਆ। ਜਿਸ ਦਿਨ ਤੋਂ ਪੱਕਾ ਮੋਰਚਾ ਸਟਾਰਟ ਹੋਇਆ, ਅਸੀਂ ਇੱਥੇ ਹੀ ਆ। ਮੇਰੇ ਹਸਬੈਂਡ ਡਿਪਰੈਸ਼ਨ ਦੇ ਵਿੱਚ ਆਏ ਹੋਏ ਆ। ਮੈਂ ਪੁੱਛਣਾ ਚਾਹੁੰਦੀ ਆ ਕਿ ਇਹ ਬਦਲਾਵ ਆ ਕਿ ਅੱਜ ਤਾਂ ਪੰਜਾਬ ਦੀ ਧੀ ਭੈਣ ਸੜਕਾਂ ਤੇ ਸੌਂ ਰਹੀ ਆ। ਅੱਜ ਤਾਂ ਮਤਲਬ ਕਿ ਜੇ ਮੈਂ ਰੋਲ ਰਹੀ ਹਾਂ, ਮੇਰੀ ਬੱਚੀ ਵੀ ਨਾਲ ਰੋਲ ਰਹੀ ਆ। ਕਿ ਇਹ ਬਦਲਾਵ ਅਸੀਂ ਸੋਚਿਆ ਸੀ? ਇੱਦਾਂ ਦਾ ਬਦਲਾਵ ਤਾਂ ਅਸੀਂ ਕਦੀ ਵੀ ਨਹੀਂ ਸੀ ਸੋਚਿਆ। ਤੇ ਕਹਿੰਦਾ ਕਿ ਮੈਡਮ ਕੀ ਕਰਾਂ ਮੈਂ ਤੁਹਾਡੇ ਲਈ, ਕੀ ਕਰ ਸਕਦਾ ਮੈਂ ਤੁਹਾਡੇ ਲਈ? ਤੁਹਾਡਾ ਮੈਟਰ ਤਾਂ ਕੋਰਟ ਦੇ ਵਿੱਚ ਆ, ਮੈਂ ਕੋਰਟ ਦੇ ਮਾਮਲੇ 'ਚ ਕੁਝ ਨਹੀਂ ਕਰ ਸਕਦਾ। ਤੇ ਅਸੀਂ ਕਿਹਾ ਸਰ, ਜੇ ਮਾਮਲੇ ਸਿੱਖਿਆ ਦੇ ਕੋਰਟ ਨਹੀਂ ਦੇਖਣੇ ਆ ਤੇ ਫਿਰ ਸਰਕਾਰਾਂ ਕਿਉਂ ਬਣਾਈਆਂ ਸੀ? ਜੇ ਅਸੀਂ ਕੋਰਟਾਂ ਦੇ ਵਿੱਚ ਹੀ ਰੋਲਣਾ ਆ ਫਿਰ ਸਰਕਾਰ ਦਾ ਸਾਨੂੰ ਕੀ ਫਾਇਦਾ? ਸਿੱਖਿਆ ਮੰਤਰੀ ਫਿਰ ਕਿਉਂ ਬੈਠਾ ਆ? ਫ੍ਰੀ ਦਾ ਦਾਲ ਦੇ ਦਿਓ, ਫ੍ਰੀ ਬਿਜਲੀ ਦੇ ਦਿਓ, ਫ੍ਰੀ ਇਹਨਾਂ ਨੂੰ ਸਫ਼ਰ ਦੇ ਦਿਓ, ਬਸ ਇਹਨਾਂ ਨੂੰ। ਦੇਖੋ, ਮੈਂ ਫਿਜ਼ੀਕਲ ਹੈਂਡੀਕੈਪਟ ਤੁਹਾਨੂੰ ਦਿਸ ਰਹੀ ਹਾਂ, ਪਰ ਸਰਕਾਰਾਂ ਨੇ ਇੱਥੇ ਤੱਕ ਬਣਾ ਲਿਆ ਕਿ ਇਹਨਾਂ ਨੂੰ ਮੈਂਟਲੀ ਹੈਂਡੀਕੈਪਟ ਕਰ ਦਿਓ। ਇਹਨਾਂ ਨੂੰ ਮੈਂਟਲੀ ਹੈਂਡੀਕੈਪਟ ਕਰਕੇ ਘਰ ਬਿਠਾ ਦਿਓ, ਕਿਉਂਕਿ ਸਿੱਖਿਆ ਕੀ ਕਰਦੀ ਆ? ਇਹ ਸਵਾਲ ਪੈਦਾ ਕਰਦੀ ਆ। ਅਸੀਂ 1158 ਹਜ਼ੂਰ, ਇਹਦੇ ਵਿੱਚ ਦੱਸੋ ਸਾਡਾ ਕੀ ਕਸੂਰ? ਕਾਂਗਰਸ ਵੇਲੇ 1158 ਦੀ ਭਰਤੀ ਆਈ ਸੀ ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੀ। 26 ਸਾਲਾਂ ਬਾਅਦ ਸਰਕਾਰ ਨੇ ਸੋਚਿਆ ਸੀ ਕਿ ਪੰਜਾਬ ਦੇ ਖਤਮ ਹੋ ਰਹੇ ਸਰਕਾਰੀ ਕਾਲਜਾਂ ਨੂੰ ਬਚਾਉਣ ਲਈ ਕੋਈ ਠੋਸ ਉਪਰਾਲਾ ਕੀਤਾ ਜਾਵੇ, ਤੇ 26 ਸਾਲਾਂ ਬਾਅਦ ਇਹ ਭਰਤੀ ਆਈ ਸੀ। ਸੱਤਾ ਬਦਲਦੀ ਹੈ, ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ, ਬੜੀਆਂ ਰੀਝਾਂ ਦੇ ਨਾਲ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਣ ਵਾਲਿਆਂ ਨੂੰ ਸੱਤਾ ਤੇ ਬਿਠਾਇਆ। ਅੱਜ ਸ਼੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਧਰਤੀ ਤੇ ਪਿੰਡ ਗੰਭੂਰਪੁਰ, ਜੋ ਸਿੱਖਿਆ ਮੰਤਰੀ ਦਾ ਪਿੰਡ ਹੈ, ਹਰਜੋਤ ਸਿੰਘ ਬੈਂਸ ਦਾ ਪਿੰਡ ਹੈ, ਪੱਕੇ ਮੋਰਚੇ ਦੇ ਬੈਠੇ ਨੇ ਉਮੀਦਵਾਰ। ਕਰਦੇ ਹਾਂ ਗੱਲਬਾਤ। ਕੀ ਨਾਮ ਤੁਹਾਡਾ?
ਜਸਵਿੰਦਰ ਕੌਰ। ਕਿੱਥੋਂ ਆਏ ਹੋਏ ਹੋ? ਮੈਂ ਜਲੰਧਰ ਡਿਸਟ੍ਰਿਕਟ ਤੋਂ ਆਈ ਹਾਂ। ਕੁਆਲੀਫਿਕੇਸ਼ਨ ਕੀ ਕੀਤੀ? ਮੇਰੀ ਕੁਆਲੀਫਿਕੇਸ਼ਨ MA ਪੋਲੀਟੀਕਲ ਸਾਇੰਸ, UGC ਨੈਟ, B.Ed। ਸਰੀਰ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਤੁਹਾਨੂੰ ਬਹੁਤ ਮਿਹਨਤ ਕਰਨੀ ਪਈ ਹੋਊਗੀ ਇੱਥੇ ਤੱਕ ਪਹੁੰਚਣ ਦੇ ਲਈ। ਇਹੀ ਜਾਣਾਂਗੇ ਪਹਿਲਾਂ ਤਾਂ 1158 ਦੇ ਵਿੱਚ ਤੁਹਾਡਾ ਕੀ ਸਟੇਟਸ ਹੈ? ਸਰ ਮੈਂ ਜਦੋਂ ਛੋਟੀ ਸੀ, ਮੈਂ ਸਾਲ ਇੱਕ ਦੀ ਸੀ ਜਦੋਂ ਮੈਨੂੰ ਪੋਲੀਓ ਦੀ ਬਿਮਾਰੀ ਹੋ ਗਈ ਸੀਗੀ। ਤੇ ਉਸ ਤੋਂ ਬਾਅਦ ਅਸੀਂ ਘਰ ਦੇ ਵਿੱਚ 5 ਭੈਣਾਂ ਸੀ ਤੇ 2 ਮੇਰੇ ਛੋਟੇ ਭਰਾ ਸੀਗੇ। ਘਰ ਦੇ ਵਿੱਚ ਇੰਨੀ ਗਰੀਬੀ ਸੀ, ਮੇਰੇ ਫਾਦਰ ਸਾਹਿਬ ਮਜ਼ਦੂਰੀ ਕਰਦੇ ਸੀ ਕਿ ਮੇਰੀਆਂ ਜਿਹੜੀਆਂ ਮੇਰੇ ਤੋਂ ਵੱਡੀਆਂ 4 ਭੈਣਾਂ ਸੀ ਉਹਨਾਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ। ਪਰ ਮੇਰੀਆਂ ਭੈਣਾਂ ਨੇ ਸੋਚਿਆ ਕਿ ਜਦੋਂ ਇਹ ਪੜ੍ਹ ਲਿਖ ਜਾਊਗੀ ਤੇ ਆਪਣੇ ਪੈਰਾਂ ਤੇ ਖੜੀ ਹੋ ਜਾਊਗੀ। ਤੇ ਉਹਨਾਂ ਨੇ ਮਤਲਬ ਕਿ ਬ੍ਰਦਰ ਮੇਰੇ ਤੋਂ ਛੋਟੇ ਸੀ, ਪਰ ਮੇਰੀਆਂ ਭੈਣਾਂ ਨੇ ਇੰਨੀ ਕੁ ਗਰੀਬੀ ਸੀ ਘਰ ਦੇ ਵਿੱਚ ਕਿ ਸਾਡੇ ਘਰ ਵਿੱਚ ਇੱਕ ਸਾਈਕਲ ਦਾ ਸਾਧਨ ਵੀ ਨਹੀਂ ਸੀ। ਤੇ ਮੇਰੀਆਂ ਭੈਣਾਂ ਨੇ ਚੁੱਕ ਕੇ ਮੈਨੂੰ ਮੋਢਿਆਂ ਤੇ ਸਕੂਲ ਲੈ ਕੇ ਜਾਣਾ ਤੇ ਚੁੱਕ ਕੇ ਵਾਪਸ ਲੈ ਕੇ ਆਉਣਾ। ਉਹਨਾਂ ਨੇ ਮੈਨੂੰ ਇੱਕ ਗੱਲ ਸਮਝਾਈ ਸੀ ਕਿ ਜੇ ਤੂੰ ਪੜ੍ਹ ਜਾਊਂਗੀ ਤੂੰ ਆਪਣੇ ਪੈਰਾਂ ਤੇ ਖੜੀ ਹੋ ਜਾਊਂਗੀ, ਤੈਨੂੰ ਕਿਸੇ ਦੀ ਜ਼ਰੂਰਤ ਨਹੀਂ ਪੈਣੀ। ਉਸ ਸੋਚ ਨੇ ਮੈਨੂੰ ਖੰਭ ਲਾ ਦਿੱਤੇ। ਮੈਂ ਕਿਸੇ ਵੀ ਚੈਲੰਜ ਦਾ ਮਤਲਬ ਕਿ ਮੈਂ ਕਦੀ ਇਹ ਮਹਿਸੂਸ ਨਹੀਂ ਕੀਤਾ ਕਿ ਪ੍ਰਮਾਤਮਾ ਨੇ ਮੇਰੇ ਵਿੱਚ ਕੋਈ ਘਾਟ ਛੱਡੀ ਆ। ਮੈਂ ਹਰ ਟਾਈਮ ਮਤਲਬ ਇਹੀ ਸੋਚਦੀ ਸੀ ਕਿ ਮੈਂ ਜਦੋਂ ਉਚੇਰੀ ਸਿੱਖਿਆ ਪ੍ਰਾਪਤ ਕਰ ਲੂੰਗੀ ਤੇ ਮੈਂ ਨੌਕਰੀ ਤੇ ਲੱਗ ਜਾਣਾ ਤੇ ਫਿਰ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਪੈਣੀ। ਮੈਨੂੰ ਆਪਣੇ ਘਰ ਦੇ ਹਾਲਾਤ ਵੀ ਦਿਸਦੇ ਸੀਗੇ, ਮੈਨੂੰ ਇਹ ਵੀ ਸੀ ਕਿ ਜੇ ਮੈਂ ਪੜ੍ਹ ਲਿਖ ਜਾਊਂਗੀ ਤੇ ਮੈਂ ਆਪਣੇ ਹਾਲਾਤ ਵੀ ਸੁਧਾਰ ਲਊਂਗੀ। ਜਦੋਂ ਮੇਰੇ ਘਰਦਿਆਂ ਨੇ ਮੈਨੂੰ ਛੱਡ ਕੇ ਆਉਣਾ ਕੰਮਾਂ ਕਾਰਾਂ ਦੇ ਰੁਝੇਵਿਆਂ ਵਿੱਚ, ਕਈ ਵਾਰ ਉਹਨਾਂ ਨੇ ਮੈਨੂੰ ਸਕੂਲ ਤੋਂ ਲਿਆਉਂਦੇ ਹੋਏ ਲੇਟ ਹੋ ਜਾਣਾ। ਮੈਂ ਧੁੱਪ, ਗਰਮੀ, ਸਰਦੀ ਜੋ ਵੀ ਮੌਸਮ ਹੋਣਾ ਉੱਥੇ ਕਾਲਜ ਦੇ ਸਕੂਲ ਦੇ ਗੇਟ ਦੇ ਬਾਹਰ ਬੈਠੀ ਰਹਿਣਾ। ਘਰਦਿਆਂ ਨੇ ਕਈ ਵਾਰ ਘੰਟਾ 2 ਘੰਟੇ ਲੇਟ ਆਉਣਾ, ਪਰ ਮੈਂ ਆਪਣੀਆਂ ਕਿਤਾਬਾਂ ਕੱਢ ਕੇ ਸਕੂਲ ਦੇ ਜਿੰਦੇ ਲੱਗੇ ਹੋਣੇ ਉੱਥੇ ਬਾਹਰ ਪੜ੍ਹਨ ਬੈਠ ਜਾਣਾ ਕਿ ਨਹੀਂ, ਮੇਰੀ ਜ਼ਿੰਦਗੀ ਪੜ੍ਹਾਈ ਆ ਤੇ ਮੈਂ ਪੜ੍ਹਾਈ ਹੀ ਕਰਨੀ ਆ ਕਿਉਂਕਿ ਇੱਥੋਂ ਹੀ ਮੈਨੂੰ ਕੁਝ ਮਿਲਣਾ ਆ। ਉਸ ਤੋਂ ਬਾਅਦ ਜਦੋਂ ਮੈਂ ਆਪਣੇ ਮਿਡਲ ਕਲਾਸ ਦੇ ਪਾਸ ਕੀਤੀ ਆ, ਫਿਰ 9th ਵਿੱਚ ਹੋਈ ਆ, ਉਦੋਂ ਮੈਨੂੰ ਸਾਡੇ ਪਿੰਡ ਦੇ ਚੈਰੀਟੇਬਲ ਟਰਸਟ ਵੱਲੋਂ ਇੱਕ ਜਿਹੜੀ ਟਰਾਈਸਾਈਕਲ ਦੇ ਦਿੱਤੀ ਗਈ। ਫਿਰ ਮੈਨੂੰ ਥੋੜਾ ਆਉਣਾ ਜਾਣਾ ਸੌਖਾ ਹੋ ਗਿਆ ਸਕੂਲ ਦੇ ਵਿੱਚ। 10th ਤੱਕ +2 ਤੱਕ ਮੈਂ ਆਪਣੇ ਟਰਾਈਸਾਈਕਲ ਤੇ ਜਾਂਦੀ ਰਹੀ। ਜਦੋਂ ਮੈਂ +2 ਪਾਸ ਕੀਤੀ, ਮੇਰੇ ਹਜੇ ਪੇਪਰ ਹੀ ਹੋਏ ਸੀ +2 ਦੇ, ਤੇ ਮੇਰੇ ਫਾਦਰ ਸਾਹਿਬ ਕਿਹੜੇ ਸਕੂਲਾਂ 'ਚ ਪੜ੍ਹੇ ਹੋਏ ਹੋ? ਮੇਰਾ ਜ਼ਿਲ੍ਹਾ ਜਲੰਧਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਸਲਾ ਮੇਰਾ ਮਾਪਿਆਂ ਦਾ ਪਿੰਡ ਆ, ਤੇ ਉੱਥੋਂ ਹੀ ਮੈਂ ਆਪਣੀ ਜਿਹੜੀ +2 ਤੱਕ ਦੀ ਜਿਹੜੀ ਪੜ੍ਹਾਈ ਉਹ ਪੂਰੀ ਕੀਤੀ ਆ। +2 ਦੇ ਹਜੇ ਪੇਪਰ ਸਾਡੇ ਹੋਏ ਸੀ ਕਿ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ, ਉਹਨਾਂ ਨੂੰ ਅਟੈਕ ਹੋ ਗਿਆ। ਤੇ ਉਸ ਟਾਈਮ ਸਾਡਾ ਮੇਰੇ ਬ੍ਰਦਰ ਮੇਰੇ ਤੋਂ ਛੋਟੇ ਸੀ, ਘਰ ਵਿੱਚ ਕੋਈ ਰੁਜ਼ਗਾਰ ਦਾ ਵੀ ਸਾਧਨ ਨਹੀਂ ਸੀ। ਵੱਡੀਆਂ 2 ਭੈਣਾਂ ਦੀ ਮੈਰਿਜ ਹੋਈ ਸੀ, ਬਾਕੀ ਸਾਰਾ ਜਿਹੜੀ ਫੈਮਿਲੀ ਸੀ ਉਹ ਇੱਦਾਂ ਕੁਆਰੀ ਸੀਗੀ। ਤੇ ਮੈਂ 2 ਸਾਲ ਘਰ ਬੈਠੀ +2 ਤੋਂ ਬਾਅਦ। ਮੈਂ ਕੀ ਕੀਤਾ ਕਿ ਮੈਂ ਪੜ੍ਹਨ ਵਿੱਚ ਬਹੁਤ ਇੰਟੈਲੀਜੈਂਟ ਸੀ। +2 ਤੋਂ ਬਾਅਦ ਮੈਂ ਪਿੰਡ ਦੇ ਛੋਟੇ ਬੱਚਿਆਂ ਨੂੰ 10th ਤੱਕ ਨੂੰ ਮੈਂ ਟਿਊਸ਼ਨ ਕਰਵਾ ਲੈਂਦੀ ਸੀ ਤੇ ਮੈਂ ਸਟਿਚਿੰਗ ਦਾ ਸਿੱਖ ਲਿਆ, ਆਪਣੀਆਂ ਭੈਣਾਂ ਤੋਂ ਕੱਪੜੇ ਸੀਣਾ ਸਿੱਖ ਲਿਆ। ਮੈਂ ਘਰ ਬੈਠੀ ਆਪਣੇ ਕੱਪੜੇ ਸੀ ਕੇ ਆਪਣਾ ਟਿਊਸ਼ਨਾਂ ਪੜ੍ਹਾ ਕੇ ਮੈਂ ਇੰਨੇ ਕੁ ਪੈਸੇ ਕਰ ਲਏ ਕਿ ਮੈਨੂੰ ਲੱਗਾ ਕਿ ਮੈਂ ਕਿਸੇ ਕਾਲਜ ਦੇ ਵਿੱਚ ਐਡਮਿਸ਼ਨ ਲਵਾਂਗੀ, ਕਿਉਂਕਿ ਮੇਰੇ ਪੜ੍ਹਾਈ ਦਾ ਸੁਪਨਾ ਸੀ। ਮੈਂ +2 ਤੋਂ ਬਾਅਦ ਬਿਲਕੁਲ ਘਰ ਬੈਠ ਗਈ ਸੀ ਤੇ ਉਹ ਮੇਰਾ ਸੁਪਨਾ ਮੈਨੂੰ ਪੂਰਾ ਹੁੰਦਾ ਪ੍ਰਤੀਤ ਨਹੀਂ ਸੀ ਹੁੰਦਾ। ਮੈਂ ਆਪ ਮਿਹਨਤ ਕੀਤੀ। ਉਸ ਤੋਂ ਬਾਅਦ ਸਾਡੇ ਲਾਗੇ ਕੋਈ ਸਰਕਾਰੀ ਕਾਲਜ ਨਹੀਂ ਸੀਗਾ, ਅਗਰ ਹੈ ਵੀ ਸੀ ਜਲੰਧਰ ਬੂਟਾ ਮੰਡੀ, ਤੇ ਸਾਨੂੰ 3 ਬੱਸਾਂ ਬਦਲਣੀਆਂ ਪੈਂਦੀਆਂ ਸੀ ਤੇ ਬੱਸ ਵਿੱਚ ਜਾਣਾ ਮੇਰਾ ਬਿਲਕੁਲ ਪੋਸੀਬਲ ਨਹੀਂ ਸੀ ਕਿਉਂਕਿ ਮੈਂ 100% ਹੈਂਡੀਕੈਪਟ ਸੀ। ਤੇ ਫਿਰ ਸਾਡੇ ਲਾਗੇ ਇੱਕ ਗੁਰੂ ਨਾਨਕ ਖਾਲਸਾ ਗਰਲਸ ਕਾਲਜ ਬਾਬਾ ਸੰਗਟੇ ਸੀਗਾ, ਪ੍ਰਾਈਵੇਟ ਕਾਲਜ ਸੀਗਾ, 9 ਕਿਲੋਮੀਟਰ ਦੀ ਦੂਰੀ ਤੇ ਸੀ ਸਾਡੇ ਪਿੰਡ ਤੋਂ। ਤੇ ਥੋੜਾ ਜਿਹਾ ਜਿੱਦਾਂ ਪਿੰਡ ਦੇ ਕੋਈ NRI ਉਹਨਾਂ ਨੇ ਮੇਰੀ ਹੈਲਪ ਕੀਤੀ, ਥੋੜੇ ਜਿਹੇ ਪੈਸੇ ਮੈਂ ਜੋੜੇ ਤੇ ਫਿਰ ਉੱਥੇ ਮੈਂ ਕਾਲਜ ਵਿੱਚ ਐਡਮਿਸ਼ਨ ਲੈ ਲਈ BA ਫਸਟ ਈਅਰ। ਪਰ ਮੇਰਾ 9 ਕਿਲੋਮੀਟਰ ਆਉਣਾ ਜਾਣਾ ਵੀ ਡੇਲੀ ਅਪ ਡਾਊਨ ਕਰਨਾ ਬਹੁਤ ਔਖਾ ਸੀ। ਉੱਥੇ ਹੋਸਟਲ ਸੀਗਾ ਕਾਲਜ ਦੇ ਵਿੱਚ ਤੇ ਮੈਂ ਹੋਸਟਲ ਦੇ ਵਿੱਚ ਰਹਿ ਕੇ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਜਦੋਂ ਕਾਲਜ ਮੈਨੇਜਮੈਂਟ ਨੇ ਮੇਰੀ ਸਟੱਡੀ ਦੇਖੀ, ਮੈਂ ਬਹੁਤ ਇੰਟੈਲੀਜੈਂਟ ਸੀ ਤੇ ਉਹਨਾਂ ਨੇ ਮੇਰੀ ਟੋਟਲੀ ਫੀਸ ਮਾਫ ਕਰ ਦਿੱਤੀ, ਹੋਸਟਲ ਦੀ ਫੀਸ ਮਾਫ ਕਰ ਦਿੱਤੀ। ਉਹ ਗੁਰੂ ਨਾਨਕ ਖਾਲਸਾ ਗਰਲਸ ਕਾਲਜ ਬਾਬਾ ਸੰਗਟੇ ਸੀਆਂ ਵਿਖੇ ਮੈਂ ਆਪਣੀ BA ਕੰਪਲੀਟ ਕੀਤੀ, ਮੈਂ ਆਪਣੀ MA ਕੰਪਲੀਟ ਕੀਤੀ। ਔਰ ਪੜ੍ਹਦੇ ਜਦੋਂ ਸਾਡੇ ਪ੍ਰੋਫੈਸਰ ਸਾਹਿਬਾਨ ਮੈਨੂੰ ਦੇਖਦੇ ਹੁੰਦੇ ਸੀ ਤੇ ਉਹਨਾਂ ਨੇ ਕਹਿਣਾ, ਬੇਟਾ ਤੁਸੀਂ ਕੀ ਬਣਨਾ ਚਾਹੁੰਦੇ ਆ? ਮੈਂ ਕਹਿਣਾ ਕਿ ਮੈਂ ਪ੍ਰੋਫੈਸਰ ਲੱਗਣਾ। ਤੇ ਉਹਨਾਂ ਨੇ ਕਹਿਣਾ ਇੱਕ ਪੇਪਰ ਹੁੰਦਾ ਨੈਟ UGC, ਤੁਸੀਂ ਉਹ ਕਲੀਅਰ ਕਰ ਲਓ, ਬਹੁਤ ਔਖਾ ਆ ਪੇਪਰ ਕਲੀਅਰ ਕਰਨਾ। ਇੱਕ ਹੈਰਾਨੀ ਦੀ ਗੱਲ ਸੀ ਕਿ ਜਿਸ ਕਾਲਜ ਵਿੱਚ ਮੈਂ ਪੜ੍ਹਦੀ ਸੀ ਹਜੇ ਤੱਕ ਕਿਸੇ ਦਾ ਨੈਟ ਨਹੀਂ ਸੀ ਕਲੀਅਰ ਹੋਇਆ ਉਸ ਕਾਲਜ ਦੇ ਵਿੱਚੋਂ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਪੇਪਰ ਕਲੀਅਰ ਕਰੋ, ਤੁਸੀਂ ਪ੍ਰੋਫੈਸਰ ਲਈ ਐਲੀਜੀਬਲ ਹੋ ਜਾਓਗੇ, ਅਸਿਸਟੈਂਟ ਪ੍ਰੋਫੈਸਰ ਲਈ। ਮੈਂ ਦਿਨ ਰਾਤ ਮਿਹਨਤ ਕੀਤੀ, ਹਜੇ ਮੇਰੇ MA ਦੇ ਪੇਪਰ ਹੋ ਹੀ ਰਹੇ ਸੀ। ਕਾਲਜ ਦੇ ਜਿਹੜੇ ਟੀਚਰਸ ਤੋਂ ਮੈਂ ਕਾਫੀ ਜਿੱਦਾਂ ਕੁਝ ਪ੍ਰਾਪਤ ਕੀਤਾ। ਉਹਨਾਂ ਦੇ ਕੋਲੋਂ ਮੈਂ ਜਿਹੜਾ ਬੈਠ ਕੇ ਪੜ੍ਹਦੀ ਹੁੰਦੀ ਸੀ ਕਿ ਕਿਸ ਤਰ੍ਹਾਂ ਦਾ ਪੇਪਰ ਹੁੰਦਾ, ਕੀ ਉਹਦੇ ਵਿੱਚ ਕੁਐਸਚਨ ਹੁੰਦੇ ਆ। ਤੇ ਮੈਂ ਫਸਟ ਅਟੈਂਪਟ ਦੇ ਵਿੱਚ ਹੀ ਜਿਹੜਾ ਇਹ ਪੇਪਰ ਪਾਸ ਕੀਤਾ UGC ਨੈਟ।
ਤੇ ਮੈਨੂੰ ਬਹੁਤ ਖੁਸ਼ੀ ਹੋਈ। ਔਰ ਸਾਡੇ ਕਾਲਜ ਦੇ ਵਿੱਚੋਂ ਮੈਂ ਪਹਿਲੀ ਕੁੜੀ ਸੀ ਜਿਹਨੇ UGC ਨੈਟ ਕਲੀਅਰ ਕੀਤਾ ਸੀ ਤੇ ਮੇਰਾ ਨਾਮ ਹਜੇ ਵੀ ਨੋਟਿਸ ਬੋਰਡ ਤੇ ਲੱਗਾ ਹੋਣਾ, ਕਾਲਜ ਦੇ ਨੋਟਿਸ ਬੋਰਡ ਤੇ। ਉਸ ਤੋਂ ਬਾਅਦ ਜਦੋਂ ਮੈਂ ਆਪਣੀ MA ਕੰਪਲੀਟ ਕਰ ਲਈ, UGC ਕੰਪਲੀਟ ਕਰ ਲਈ, ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਐਲੀਜੀਬਲ ਹੋ ਗਈ ਸਹਾਇਕ ਪ੍ਰੋਫੈਸਰ ਲਈ, ਕਿਉਂਕਿ ਹੋਰ ਕੋਈ ਕੋਰਸ ਕਰਨਾ ਮੇਰੇ ਲਈ ਪੋਸੀਬਲ ਨਹੀਂ ਸੀਗਾ, ਕਿਉਂਕਿ ਹੋਰ ਕਿਤੇ ਵੀ ਜਾਣਾ ਸੀ ਜਾਂ B.Ed ਕਰਨੀ ਸੀ ਜਾਂ ਫਿਰ ਹੋਰ ਕਿਸੇ ਕੋਰਸ ਵਿੱਚ ਪੈਣਾ ਸੀਗਾ ਤੇ ਮੈਨੂੰ ਘਰ ਤੋਂ ਬਾਹਰ ਜਾਣਾ ਪੈਣਾ ਸੀ, ਤੇ ਘਰ ਤੋਂ ਬਾਹਰ ਮੈਂ ਨਹੀਂ ਜਾ ਸਕਦੀ ਸੀ ਕਿ ਮੈਨੂੰ ਕਿਸੇ ਇੱਕ ਬੰਦੇ ਦੇ ਸਹਾਰੇ ਦੀ ਲੋੜ ਸੀਗੀ। ਤੇ ਉਸ ਤੋਂ ਬਾਅਦ ਬਹੁਤ ਸਾਰੇ ਪ੍ਰਾਈਵੇਟ ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ ਮੈਂ ਟਰਾਈ ਕੀਤਾ। ਮੈਂ ਆਪਣਾ ਰਿਜ਼ਿਊਮ ਲੈ ਕੇ ਜਾਂਦੀ ਹੁੰਦੀ ਸੀ, ਕਿਉਂ ਮੈਨੂੰ ਖੁਸ਼ੀ ਸੀ ਕਿ ਮੈਂ ਇੰਨੀ ਮਿਹਨਤ ਕੀਤੀ ਆ ਤੇ ਮੇਰੀ ਮਿਹਨਤ ਦਾ ਮੁੱਲ ਪਊਗਾ। ਪਰ ਜਦੋਂ ਵੀ ਕਿਸੇ ਪ੍ਰਾਈਵੇਟ ਸਕੂਲ ਕਾਲਜ ਵਿੱਚ ਮੈਂ ਜਾਣਾ ਤੇ ਉਹਨਾਂ ਨੇ ਮੈਨੂੰ ਦੇਖ ਕੇ ਬਸ ਰਿਜ਼ਿਊਮ ਲੈ ਲੈਣਾ ਤੇ ਕਹਿਣਾ ਕੋਈ ਗੱਲ ਨਹੀਂ, ਜਦੋਂ ਸਾਡੇ ਕੋਲ ਕੋਈ ਵੈਕੈਂਸੀ ਹੋਊਗੀ ਅਸੀਂ ਤੁਹਾਨੂੰ ਕਾਲ ਕਰਾਂਗੇ। ਜਦੋਂ 10-15 ਵਾਰ ਇੱਦਾਂ ਹੋਇਆ, ਮੈਨੂੰ ਕਿਸੇ ਵੀ ਕਾਲਜ ਤੋਂ, ਕਿਸੇ ਵੀ ਸਕੂਲ ਤੋਂ ਕੋਈ ਜੀ ਕਾਲ ਨਹੀਂ ਆਈ, ਤੇ ਮੈਂ ਸਮਝ ਚੁੱਕੀ ਸੀ ਕਿ ਇਹ ਜਿਹੜਾ ਮੇਰਾ ਪ੍ਰਾਈਵੇਟ ਦੇ ਵਿੱਚ ਮੇਰੀ ਕੋਈ ਐਂਟਰੀ ਨਹੀਂ ਹੈਗੀ, ਕਿਉਂਕਿ ਉਹਨਾਂ ਨੂੰ ਆਲ ਰਾਊਂਡਰ ਬੰਦਾ ਚਾਹੀਦਾ ਸੀ ਜਿਹੜਾ ਕਿ ਉਹਨਾਂ ਲਈ ਹਰ ਤਰ੍ਹਾਂ ਦਾ ਕੰਮ ਕਰਕੇ ਦੇ ਸਕੇ। ਮੈਨੂੰ ਰੱਖਣ ਦੇ ਨਾਲ ਉਹਨਾਂ ਨੂੰ ਕੋਈ ਫਾਇਦਾ ਨਹੀਂ ਸੀ ਹੋਣਾ। ਫਿਰ ਮੇਰੀ ਮੈਰਿਜ ਹੋ ਗਈ, ਜਦੋਂ ਮੈਨੂੰ ਕੋਈ ਨੌਕਰੀ ਨਹੀਂ ਮਿਲੀ ਤੇ ਘਰ ਦੇ ਵਿੱਚ ਬ੍ਰਦਰ ਦੀ ਮੈਰਿਜ ਹੋ ਗਈ। ਉਹ ਭਰਜਾਈਆਂ, ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਕੀ ਹਿਸਾਬ ਕਿਤਾਬ ਹੁੰਦਾ ਆ, ਬਹੁਤ ਕੋਆਪਰੇਟਿਵ ਸੀਗੇ, ਪਰ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਸੀ। ਮੇਰੇ ਮਦਰ ਜਿਹੜੇ ਹਾਰਟ ਪੇਸ਼ੈਂਟ ਬਣ ਚੁੱਕੇ ਸੀ, 2 ਵਾਰ ਉਹਨਾਂ ਦਾ ਜਿਹੜਾ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਦੀ ਦਵਾਈ ਚੱਲਦੀ ਸੀ। ਉਹਨਾਂ ਨੇ ਸੋਚਿਆ ਕਿ ਚਲੋ ਇਹਨਾਂ ਨੂੰ ਹੁਣ ਇਹਦੇ ਘਰ ਭੇਜ ਦਿੰਦੇ ਹਾਂ, ਮੈਰਿਜ ਕਰ ਦਿੰਦੇ ਹਾਂ। ਮੇਰੀ ਮੈਰਿਜ ਕਰ ਦਿੱਤੀ ਗਈ। ਮੇਰੀ ਮੈਰਿਜ ਤੋਂ ਬਾਅਦ ਫਿਰ ਉਹੀ ਜਿਹੜਾ ਬਸ ਜਦੋਂ ਕਦੇ ਕਿਤੇ ਮੇਰੇ ਹਸਬੈਂਡ ਨੇ ਮੈਨੂੰ ਇੰਟਰਵਿਊ ਲਈ ਲੈ ਕੇ ਜਾਣਾ, ਕਦੇ ਕਿਤੇ ਲੈ ਕੇ ਜਾਣਾ, ਤੇ ਫਿਰ ਮੇਰੇ ਬੇਟਾ ਹੋ ਗਿਆ। ਤੇ ਬੇਟੇ ਤੋਂ ਬਾਅਦ ਵੀ ਮੈਂ ਆਪਣੀ ਪੜ੍ਹਾਈ ਨਹੀਂ ਛੱਡੀ। 2016 ਦੇ ਵਿੱਚ ਮੇਰੇ ਹਸਬੈਂਡ ਨੂੰ ਹਾਰਟ ਦੀ ਪ੍ਰੋਬਲਮ ਆ ਗਈ, ਉਹਨਾਂ ਨੂੰ ਅਟੈਕ ਹੋ ਗਿਆ। ਤੇ 2016 ਦੇ ਵਿੱਚ ਜਦੋਂ ਮੈਂ ਇਹ ਮਤਲਬ ਕਿ ਦੇਖਿਆ ਤੇ ਮੈਂ ਬਿਲਕੁਲ ਇੱਕ ਤਰ੍ਹਾਂ ਦੇ ਨਾਲ ਸ਼ੌਕਡ ਹੋ ਗਈ ਕਿ ਹੁਣ ਮੇਰੇ ਬੱਚੇ ਦਾ ਕੀ ਬਣੂਗਾ। ਤੇ 2017 ਦੇ ਵਿੱਚ ਮੈਂ B.Ed ਵਿੱਚ ਐਡਮਿਸ਼ਨ ਲਈ, ਕਿਉਂਕਿ ਮੈਂ ਹਾਇਰ ਐਜੂਕੇਸ਼ਨ ਕਰਕੇ ਬੈਠੀ ਸੀ, UGC ਕਰਕੇ। ਹਸਬੈਂਡ ਕੀ ਕਰਦੇ ਨੇ? ਹੁਣ ਬਿਲਕੁਲ ਉਹ ਡਿਪਰੈਸ਼ਨ ਦੇ ਵਿੱਚ ਆ, ਹੁਣ ਘਰ ਬੈਠੇ ਆ, ਮੇਰੇ ਨਾਲ ਧਰਨੇ ਤੇ ਹੁੰਦੇ ਆ। ਤੇ ਜਦੋਂ ਮੈਂ ਫਿਜ਼ੀਕਲੀ ਤੌਰ ਤੇ ਠੀਕ ਨੇ? ਹਾਂਜੀ, ਉਹ ਫਿਜ਼ੀਕਲੀ ਤੌਰ ਤੇ ਠੀਕ ਨੇ। ਤੇ ਜਦੋਂ ਮੈਂ 2017 ਦੇ ਵਿੱਚ ਸਾਈ ਕਾਲਜ ਆਫ ਐਜੂਕੇਸ਼ਨ ਜਾਡਲਾ ਦੇ ਵਿੱਚ ਦਾਖਲਾ ਲਿਆ B.Ed ਵਿੱਚ, 2017 ਤੋਂ 2019 ਦੇ ਵਿੱਚ ਮੈਂ ਆਪਣਾ ਜਿਹੜੀ B.Ed ਕੰਪਲੀਟ ਕਰ ਲਈ। ਤੇ ਮੈਨੂੰ ਲੱਗਾ ਸੀ ਵੀ ਚਲੋ ਜੇ ਹਾਇਰ ਐਜੂਕੇਸ਼ਨ ਵਿੱਚ ਤਾਂ ਕੋਈ ਹਜੇ ਜੌਬ ਨਹੀਂ ਹੈਗੀ, ਕਿ B.Ed ਵਿੱਚ ਸ਼ਾਇਦ ਮੈਨੂੰ ਕਿਤੇ ਕੋਈ ਮੇਰਾ ਜਿਹੜਾ ਰਸਤਾ ਦਿਸ ਜਾਊਗਾ। 2019 ਦੇ ਵਿੱਚ ਜਿਹੜਾ ਕਰੋਨਾ ਦੀ ਜਿਹੜੀ ਮਹਾਕਾਲ ਆ ਗਿਆ ਤੇ ਮਹਾਮਾਰੀ ਆ ਗਈ, ਉਸ ਤੋਂ ਬਾਅਦ 2 ਸਾਲ ਬਿਲਕੁਲ ਵੀ ਕੋਈ ਟੈਸਟ ਨਹੀਂ ਹੋਇਆ, ਕੋਈ ਕੁਝ ਨਹੀਂ ਹੋਇਆ। ਇਸੇ ਤਰ੍ਹਾਂ 2021 ਆ ਗਿਆ, ਅਕਤੂਬਰ 2021 ਦੇ ਵਿੱਚ ਜਿਹੜੀਆਂ ਮੈਂ ਇੱਕ ਟ੍ਰਿਬਿਊਨ ਦੇ ਵਿੱਚ ਨੋਟੀਫਿਕੇਸ਼ਨ ਪੜ੍ਹਿਆ ਕਿ 1158 ਅਸਿਸਟੈਂਟ ਪ੍ਰੋਫੈਸਰ ਐਂਡ ਲਾਇਬ੍ਰੇਰੀਅਨ ਦੀ ਭਰਤੀ ਕੱਢੀ ਆ ਸਰਕਾਰ ਨੇ 25 ਸਾਲ ਬਾਅਦ ਸਰਕਾਰੀ ਕਾਲਜਾਂ ਦੇ ਵਿੱਚ। ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਚਲੋ ਮੇਰਾ ਸੁਪਨਾ ਜਿਹੜਾ ਸੱਚ ਹੋਣ ਲੱਗਾ ਆ। ਜਿਹੜਾ ਮੈਂ 17-18 ਸਾਲ ਤੋਂ ਇੱਕ ਕੋਰਸ ਕਰਕੇ ਬੈਠੀ ਸੀ, ਮੈਂ ਫੇਰ ਕਿਤਾਬਾਂ ਚੱਕ ਲਈ, ਫੇਰ ਪੜ੍ਹਨਾ ਸ਼ੁਰੂ ਕਰ ਦਿੱਤਾ। ਦਿਨ ਰਾਤ ਪੜ੍ਹਾਈ ਕੀਤੀ। ਤੇ ਸਾਡਾ 22 ਨਵੰਬਰ ਨੂੰ ਪੇਪਰ ਹੋਇਆ ਤੇ 28 ਨੂੰ ਰਿਜ਼ਲਟ ਆਇਆ। ਜਦੋਂ ਮੈਂ 28 ਤਰੀਕ ਨੂੰ ਸਾਡਾ ਰਿਜ਼ਲਟ ਆਇਆ, ਇਹ 1158 ਅਸਿਸਟੈਂਟ ਪ੍ਰੋਫੈਸਰ ਐਂਡ ਲਾਇਬ੍ਰੇਰੀਅਨ ਦਾ, ਤੇ ਮੈਂ ਰਿਜ਼ਲਟ ਦੇ ਵਿੱਚ ਦੇਖਿਆ ਕਿ ਮੈਂ ਆਪਣੀ ਕੈਟਾਗਰੀ 'ਚ ਟੌਪ ਕੀਤਾ ਆ, ਤੇ ਮੈਨੂੰ ਬਹੁਤ ਖੁਸ਼ੀ ਹੋਈ। ਉਸ ਤੋਂ ਬਾਅਦ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਈ। ਉਸ ਤੋਂ ਬਾਅਦ ਸਾਨੂੰ 3 ਦਸੰਬਰ ਨੂੰ ਮੈਨੂੰ ਕਾਲ ਆ ਜਾਂਦੀ ਆ ਕਿ ਤੁਹਾਡੀ ਜਿਹੜੀ ਆ ਸਿਲੈਕਸ਼ਨ ਹੋ ਗਈ ਆ ਐਜ਼ ਏ ਅਸਿਸਟੈਂਟ ਪ੍ਰੋਫੈਸਰ, ਤੇ ਤੁਸੀਂ ਆਪਣਾ 3 ਤਰੀਕ ਨੂੰ ਆ ਕੇ ਆਪਣਾ ਜੁਆਇਨਿੰਗ ਲੈਟਰ ਲੈ ਜਾਓ। 2 ਰਾਤਾਂ ਮੈਂ ਸੁੱਤੀ ਨਹੀਂ। ਮੈਂ ਜਦੋਂ ਜੁਆਇਨਿੰਗ ਲੈਟਰ ਲੈਣ ਜਾਂਦੀ ਸੀ ਤੇ ਵਾਪਸ ਆਉਂਦੀ ਸੀ, ਮੇਰੀਆਂ ਅੱਖਾਂ ਤੋਂ ਇੱਦੇ ਹੰਝੂ ਆਉਂਦੇ ਸੀ। ਮੈਨੂੰ ਲੱਗਾ ਕਿ ਪਰਮਾਤਮਾ ਜਿਹੜਾ ਆ ਉਹ ਕਦੇ ਨਾ ਕਦੇ ਮਿਹਨਤ ਦਾ ਫਲ ਜ਼ਰੂਰ ਦਿੰਦਾ ਆ। ਉਸ ਟਾਈਮ ਮੇਰੀ ਉਮਰ 40 ਸਾਲ ਦੀ ਸੀ ਜਦੋਂ ਮੈਨੂੰ ਇਹ ਨੌਕਰੀ ਪ੍ਰਾਪਤ ਹੋਈ ਆ। 3 ਤਰੀਕ ਨੂੰ ਜਦੋਂ ਅਸੀਂ ਵਾਪਸ ਆਏ ਆ ਜੁਆਇਨਿੰਗ ਲੈਟਰ ਲੈ ਕੇ, ਤੇ ਸ਼ਾਮ ਨੂੰ ਸਾਨੂੰ ਪਤਾ ਲੱਗਦਾ ਆ ਕਿ ਭਰਤੀ ਸਟੇ ਹੋ ਚੁੱਕੀ, ਕੋਰਟ ਦੇ ਵਿੱਚ ਸਟੇ ਲੱਗ ਜਾਂਦੀ ਆ। ਫਿਰ ਅਸੀਂ ਜਿਹੜੇ ਆ ਬੈਠ ਜਾਂਦੇ ਆ ਕੋਰਟ ਦੀਆਂ ਤਰੀਕਾਂ ਦੇ ਸਹਾਰੇ ਕਿ ਕਦੋਂ ਜਿਹੜੀ ਸਾਡੀ ਵਾਰੀ ਆਊਗੀ, ਕਦੋਂ ਅਸੀਂ ਕਾਲਜਾਂ ਦੇ ਵਿੱਚ ਜਾਵਾਂਗੇ, ਕਦੋਂ ਅਸੀਂ ਪੜ੍ਹਾਵਾਂਗੇ। ਕਿਉਂਕਿ ਮੇਰੀ 2019 ਦੇ ਵਿੱਚ ਜਿਹੜੀ ਆ B.Ed ਕੰਪਲੀਟ ਹੋ ਗਈ ਸੀ, ਤੇ ਦਸੰਬਰ 25 ਨੂੰ ਪੇਪਰ ਸੀ ਟੈਟ ਦਾ, ਮੈਂ ਉਹ ਨਹੀਂ ਦਿੱਤਾ ਕਿਉਂਕਿ ਮੈਨੂੰ ਸੀਗਾ ਮੈਂ ਇੱਥੇ ਜਿਹੜਾ ਆ ਮੇਰੀ ਸਿਲੈਕਸ਼ਨ ਹੋ ਚੁੱਕੀ ਆ। ਹੈੱਡਕੁਆਟਰ ਜਿਹੜੇ ਅਸੀਂ ਹੁਣ ਗੌਰਮੈਂਟ ਇੰਪਲੋਏ ਆ, ਤੇ ਮੈਨੂੰ ਹੁਣ ਕੋਈ ਹੋਰ ਪਾਸੇ ਜਾਣ ਦੀ ਜ਼ਰੂਰਤ ਨਹੀਂ। ਉਸ ਤੋਂ ਬਾਅਦ 41-61 ਮਾਸਟਰ ਕੇਡਰ ਭਰਤੀ ਆਈ, ਉਹਦੇ ਵਿੱਚ ਵੀ ਸਕੂਲ ਲੈਕਚਰਰ ਦੀ ਪੋਸਟ ਲਈ ਮੈਂ ਨਹੀਂ ਫਾਰਮ ਫਿਲ ਕੀਤਾ ਕਿਉਂਕਿ ਆਲਰੇਡੀ ਮੈਂ ਇੱਧਰ ਜੁਆਇੰਡ ਸੀਗੀ। ਤੇ ਮਾਰਚ ਮਹੀਨੇ ਸਾਡੇ ਸੈਲਰੀ ਆਰਡਰ ਨਿਕਲਦੇ ਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ।
ਸੈਲਰੀ ਆਰਡਰ ਨਿਕਲਦੀ ਹੈ ਸਾਡੇ ਤੇ ਉਹ ਰਿਟਨ ਦੇ ਵਿੱਚ ਲੈ ਲੈਂਦੇ ਆ ਕਿ ਹੁਣ ਤੁਸੀਂ ਇਸ ਡਿਪਾਰਟਮੈਂਟ ਦੇ EMPLOYE ਹੋ, ਇਸ ਵਿਭਾਗ ਦੇ ਕਰਮਚਾਰੀ ਹੋ, ਤੁਸੀਂ ਸਰਕਾਰ ਤੋਂ ਕੋਈ ਵੀ ਮਾਣ ਭੱਤਾ ਨਹੀਂ ਲੈ ਸਕਦੇ। ਪਿਛਲੀਆਂ ਸਰਕਾਰਾਂ ਦੇ ਵਿੱਚ ਮੈਨੂੰ PWD ਕੈਟਾਗਰੀ ਦੇ ਵਿੱਚੋਂ ਪੈਨਸ਼ਨ ਮਿਲਦੀ ਸੀ 1500 ਰੁਪਏ ਮਹੀਨਾ, ਉਹ ਵੀ ਮੈਨੂੰ ਆਮ ਆਦਮੀ ਪਾਰਟੀ ਨੇ ਛਡਵਾ ਲਈ ਕਿ ਤੁਸੀਂ ਉਹ ਪੈਨਸ਼ਨ ਵੀ ਨਹੀਂ ਲੈ ਸਕਦੇ ਕਿਉਂਕਿ ਹੁਣ ਤੁਸੀਂ ਇਸ ਨੌਕਰੀ ਦੇ ਵਿੱਚੋਂ। ਉਸ ਤੋਂ ਬਾਅਦ ਬਸ ਤਰੀਕ ਤੇ ਤਰੀਕ ਕਿ ਫਿਰ ਸਰਕਾਰ ਨੇ ਜਦੋਂ ਡਬਲ ਬੈਂਚ ਤੇ ਸਾਡੀ ਭਰਤੀ ਆਉਂਦੀ ਆ, ਸਰਕਾਰ LPA ਫਾਈਲ ਕਰਦੀ ਆ। ਉਸ ਟਾਈਮ ਜਿਹੜੇ ਸਿੱਖਿਆ ਮੰਤਰੀ ਮੀਤ ਹੇਅਰ ਜੀ ਸੀ ਤੇ ਸਾਡੇ ਕਾਫੀ ਵੱਡੇ ਪ੍ਰੋਟੈਸਟ ਹੋਏ, ਬਰਨਾਲਾ ਦੇ ਵਿੱਚ ਲਾਠੀ ਚਾਰਜ ਹੋਇਆ ਸਾਡੇ ਪ੍ਰੋਫੈਸਰਾਂ ਤੇ ਅਖੀਰ ਸਰਕਾਰ ਇਸ ਗੱਲ ਨੂੰ ਮੰਨੀ ਕਿ ਅਸੀਂ LPA ਫਾਈਲ ਕਰਾਂਗੇ। ਕਿਉਂ ਮੰਨੀ ਸੀ? ਕਿਉਂਕਿ ਅਸੀਂ ਉਹਨਾਂ ਨੂੰ ਉਹ ਡਾਕੂਮੈਂਟ ਦਿਖਾਏ ਸੀ ਕਿ ਸਾਡਾ ਕੋਈ ਫਾਲਟ ਨਹੀਂ ਹੈਗਾ, ਇਹ ਜੋ ਵੀ ਗਲਤੀਆਂ ਹੋਈਆਂ, ਜੋ ਵੀ ਕਮੀਆਂ ਪੇਸ਼ੀਆਂ ਸੀ ਜਾਂ ਇਹਨਾਂ ਨੂੰ ਬਣਾਇਆ ਗਿਆ ਸੀ, ਇਹ ਸਾਰੀਆਂ ਸਰਕਾਰ ਦੀਆਂ ਸੀ, ਡਿਪਾਰਟਮੈਂਟ ਦੀਆਂ ਸੀਗੀਆਂ। ਤੇ ਸਰਕਾਰ ਨੇ ਫਿਰ ਸਾਡੇ ਲਈ LPA ਫਾਈਲ ਕੀਤੀ। ਸਾਲ ਹੋ ਗਿਆ ਸਾਨੂੰ, 1 ਸਾਲ ਦੇ ਵਿੱਚ 3 ਤਰੀਕਾਂ ਮਿਲੀਆਂ, ਪਰ ਕੀ ਹੁੰਦਾ ਕੋਰਟ ਦੇ ਵਿੱਚ ਸਰਕਾਰ ਜਿਹੜੀ ਉਹਦੀ ਸਰਵਿਸ ਵੀ ਕੰਪਲੀਟ ਨਹੀਂ ਹੈਗੀ। 30 ਸੈਕਿੰਡ ਦੀ ਹੀਅਰਿੰਗ ਤੋਂ ਬਾਅਦ ਜੱਜ ਸਾਹਿਬ ਕਹਿ ਦਿੰਦੇ ਆ ਕਿ ਇਹ ਸਰਵਿਸ ਕੰਪਲੀਟ ਨਹੀਂ ਹੈਗੀ, 4 ਮਹੀਨੇ ਦੀ ਅੱਗੇ ਡੇਟ ਪੈ ਜਾਂਦੀ ਆ। ਮਤਲਬ ਕਿ ਅਸੀਂ ਪਿਛਲਾ ਸਾਰਾ ਕੁਝ ਛੱਡ ਕੇ ਘਰ ਬੈਠੇ ਹਾਂ, ਕੁਝ ਵੀ ਸਾਡੇ ਕੋਲ ਨਹੀਂ। ਅਸੀਂ ਇੰਨੇ ਕੁ ਡਿਪਰੈਸ਼ਨ 'ਚ ਆ ਚੁੱਕੇ ਹਾਂ ਕਿ ਘਰ ਦੇ ਵਿੱਚ ਸਾਡਾ ਰਹਿਣ ਦਾ ਔਖਾ ਹੋਇਆ ਪਿਆ, ਗੁਜ਼ਾਰਾ ਔਖਾ ਪਿਆ ਹੋਇਆ। 30 ਅਗਸਤ ਨੂੰ ਜਦੋਂ ਅਸੀਂ ਪੱਕਾ ਮੋਰਚਾ ਲਾਉਣਾ ਸੀ ਤੇ ਸਾਡੀ ਆਪਣੇ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਜੀ ਦੇ ਨਾਲ ਸਾਡੀ ਮੁਲਾਕਾਤ ਸੀਗੀ, ਮੀਟਿੰਗ ਸੀਗੀ, ਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਸਵਾਲ ਪੁੱਛਿਆ ਕਿ ਸਰ ਸਾਡਾ ਕੀ ਬਣੂਗਾ, ਅਸੀਂ 1.5 ਸਾਲ ਤੋਂ ਘਰ ਬੈਠੇ ਹਾਂ, ਸਰਕਾਰ ਸਾਡੇ ਲਈ ਕੀ ਕਰ ਸਕਦੀ ਆ, ਕੋਰਟ ਸਾਡੇ ਲਈ, ਕੋਰਟ ਦੇ ਵਿੱਚੋਂ ਚੀਜ਼ਾਂ ਕੱਢ ਕੇ ਲਿਆਉਂਦੀ ਆ। ਤੇ ਸਿੱਖਿਆ ਮੰਤਰੀ ਜੀ ਨੇ ਹੱਥ ਖੜੇ ਕਰਤੇ ਕਿ ਮੇਰੇ ਹੱਥ ਵਿੱਚ ਕੁਝ ਨਹੀਂ ਹੈਗਾ, ਤੁਸੀਂ ਧਰਨੇ ਲਾਓ, ਜੋ ਮਰਜ਼ੀ ਕਰੋ, ਮੈਂ ਕੁਝ ਨਹੀਂ ਕਰ ਸਕਦਾ ਤੁਹਾਡੇ ਲਈ। ਕਿ ਸਰਕਾਰ ਜਿਹੜੀ ਆ ਕੋਰਟ ਦੇ ਬਹਾਨੇ ਲਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਚਾਹੁੰਦੀ ਆ, ਜਦ ਕਿ ਸਰਕਾਰ ਭਲੀ ਭਾਂਤ ਜਾਣਦੀ ਆ ਕਿ ਇਹਦੇ ਵਿੱਚ ਸਾਡਾ ਕੋਈ ਵੀ ਕਸੂਰ ਨਹੀਂ ਹੈਗਾ। ਜੇ ਸਾਡਾ ਕਸੂਰ ਇਹ ਆ ਕਿ ਅਸੀਂ ਜਿਹੜੀ ਆ ਪੜ੍ਹਾਈਆਂ ਕਰ ਲਈਆਂ, ਉੱਚ ਸਿੱਖਿਆ ਪ੍ਰਾਪਤ ਕਰ ਲਈ, ਸਾਡਾ ਕਸੂਰ ਇਹ ਆ ਕਿ ਅਸੀਂ ਸਰਕਾਰ ਦੁਆਰਾ ਕੱਢਿਆ ਹੋਇਆ ਇੱਕ ਪੇਪਰ ਪਾਸ ਕਰ ਲਿਆ, ਸਾਡਾ ਕਸੂਰ ਇਹ ਆ ਕਿ ਅਸੀਂ ਮੈਰਿਟ ਚੱਕ ਲਈ, ਮੈਰਿਟ ਦੇ ਵਿੱਚ ਆ ਕੇ ਅਸੀਂ ਅਪਾਇੰਟਮੈਂਟ ਲੈਟਰ ਪ੍ਰਾਪਤ ਕਰ ਲਿਆ, ਸਾਡਾ ਕਸੂਰ ਇਹ ਆ ਕਿ ਇਹ ਸਰਕਾਰ, ਪਿਛਲੀ ਸਰਕਾਰ ਨੇ ਭਰਤੀ ਕੱਢੀ ਸੀ ਤੇ ਇਹ ਸਰਕਾਰ ਪੂਰਾ ਨਹੀਂ ਕਰਨੀ ਚਾਹੁੰਦੀ। ਜੇ ਮੈਂ ਹਰਜੋਤ ਬੈਂਸ ਸਿੱਖਿਆ ਮੰਤਰੀ ਦੇ ਆਪਣੇ ਹਲਕੇ ਦੀ ਗੱਲ ਕਰਾਂ, ਸਰਕਾਰੀ ਕਾਲਜਾਂ ਦੀ ਗੱਲ ਕਰਾਂ, ਤੇ ਇਹ ਮਤਲਬ ਕਿ ਇੱਕ ਕੇਂਦਰੀ ਮੰਤਰੀ, ਸਿੱਖਿਆ ਮੰਤਰੀ ਤੋਂ ਇਲਾਵਾ ਇੱਕ MLA ਆ, ਆਪਣੇ ਇਲਾਕੇ ਦੇ ਵਿਧਾਇਕ ਵੀ ਆ। ਇਹਨਾਂ ਦੇ ਇਲਾਕੇ ਦੇ ਵਿੱਚ 2 ਸਰਕਾਰੀ ਕਾਲਜ ਆ, ਇੱਕ ਸਰਕਾਰੀ ਕਾਲਜ ਮਹਿਣ ਤੇ ਇੱਕ ਸ਼ਿਵਾਲਿਕ ਸਰਕਾਰੀ ਕਾਲਜ। ਜਿਹੜਾ ਮਹਿਣ ਸਿੱਖਿਆ ਕਾਲਜ ਆ ਸਰਕਾਰੀ, ਉਹਦੇ ਵਿੱਚ ਸਿਰਫ 2 ਰੈਗੂਲਰ ਪ੍ਰੋਫੈਸਰ ਆ, ਉਹ ਵੀ 1158 ਭਰਤੀ ਦੇ ਵਿੱਚੋਂ ਜਿਹੜੇ 122 ਸਾਡੇ ਉਮੀਦਵਾਰਾਂ ਨੂੰ ਸਟੇਸ਼ਨ ਅਲੋਟਮੈਂਟ ਹੋ ਗਈ ਸੀ, ਉਹ ਕੰਮ ਕਰ ਰਹੇ। ਉਹ ਕਾਲਜ ਜੇ ਬਚਿਆ ਆ ਤਾਂ ਉਹ 2 ਰੈਗੂਲਰ ਪ੍ਰੋਫੈਸਰਾਂ ਦੀ ਵਜ੍ਹਾ ਨਾਲ ਬਚਿਆ ਆ, ਨਹੀਂ ਤਾਂ ਉਹ ਜਿਹੜਾ ਕਾਲਜ ਆ ਉਹ ਬੰਦ ਹੋਇਆ ਸੀਗਾ। ਤੇ ਇਸੇ ਤਰ੍ਹਾਂ ਜਿਹੜਾ ਸ਼ਿਵਾਲਿਕ ਕਾਲਜ ਆ, ਉਹਦੀ ਵੀ ਸਥਿਤੀ ਇਦਾਂ ਦੀ ਆ ਕਿ ਉੱਥੇ 3 ਜਿਹੜੇ ਆ 1158 ਦੇ ਰੈਗੂਲਰ ਪ੍ਰੋਫੈਸਰ ਆ, ਉਹਨਾਂ ਦੀ ਵਜ੍ਹਾ ਨਾਲ ਉਹ ਜਿਹੜਾ ਕਾਲਜ ਆ ਉਹ ਚੱਲ ਰਿਹਾ ਆ। ਮਤਲਬ ਕਿ ਸਰਕਾਰ ਦੀ ਜਿਹੜੀ ਨੀਤੀ ਆ, ਜੇ ਮੈਂ ਕਹਾਂ ਕਿ ਸਕੂਲ ਐਜੂਕੇਸ਼ਨ ਲਈ ਆ, ਤੇ ਸਕੂਲਾਂ ਦੀ ਹਾਲਤ ਵੀ ਕੋਈ ਵਧੀਆ ਨਹੀਂ ਹੈਗੀ। ਇੱਕ ਸਿਰਫ ਢੋਂਗ ਆ, ਡਰਾਮਾ ਆ ਜਿਹੜਾ ਕਿ ਰਚ ਰਹੀ ਆ, ਬਦਲਾਵ ਦਾ ਨਾਰਾ ਲੈ ਕੇ ਆਈ ਆ, ਪਰ ਕਿਸੇ ਵੀ ਤਰ੍ਹਾਂ ਦਾ ਬਦਲਾਵ ਨਹੀਂ ਹੈਗਾ। ਤੁਸੀਂ ਦੇਖ ਸਕਦੇ ਹੋ ਕਿ ਮੈਂ ਅੱਜ ਮਤਲਬ ਕਿ ਪਛਤਾ ਰਹੀ ਹਾਂ ਕਿ ਜੇ ਮੈਂ ਸਿੱਖਿਆ ਨਾ ਪ੍ਰਾਪਤ ਕੀਤੀ ਹੁੰਦੀ ਤਾਂ ਕੋਈ ਆਪਣਾ ਬੈਠ ਕੇ ਕੋਈ ਸਿਲਾਈ ਕਢਾਈ ਦਾ ਕੰਮ ਕਰਕੇ ਐਟਲੀਸਟ ਮੈਂ ਕੁਝ ਕਮਾ ਕੇ ਖਾਂਦੀ ਤਾਂ ਹੁੰਦੀ, ਮੈਂ ਆਪਣਾ ਪਰਿਵਾਰ ਦਾ ਪਾਲ ਲੈਂਦੀ ਹੁੰਦੀ। ਮੇਰੀ ਛੋਟੀ ਜੀ 5 ਸਾਲ ਦੀ ਬੱਚੀ ਮੇਰੇ ਨਾਲ ਆਈ ਹੋਈ ਆ। ਜਿਸ ਦਿਨ ਤੋਂ ਪੱਕਾ ਮੋਰਚਾ ਸਟਾਰਟ ਹੋਇਆ ਅਸੀਂ ਇੱਥੇ ਹੀ ਆ, ਮੇਰੇ ਹਸਬੈਂਡ ਡਿਪਰੈਸ਼ਨ ਦੇ ਵਿੱਚ ਆਏ ਹੋਏ ਆ, ਕੋਈ ਕੰਮ ਨਹੀਂ ਹੈਗਾ, ਉਹ ਬਿਲਕੁਲ ਮੇਰੇ ਨਾਲ ਬੈਠੇ ਆ। ਤੇ 17ਵਾਂ ਦਿਨ ਹੈ ਅੱਜ ਸਾਡੇ ਮੋਰਚੇ ਦਾ, ਪਰ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਜਿਹੜੀ ਸਰਕਾਰ ਇਹ ਦਾਅਵਾ ਕਰਕੇ ਇਹ ਸਟੇਟਮੈਂਟਾਂ ਦਿੰਦੀ ਹੁੰਦੀ ਸੀ ਕਿ ਜਦੋਂ 2022 ਦੇ ਵਿੱਚ ਝਾੜੂ ਦਾ ਬਟਨ ਦਬਾ ਕੇ ਜਿਹੜੀ ਸਰਕਾਰ ਬਣੂਗੀ ਉਹਦੇ ਵਿੱਚ ਕਿਸੇ ਨੂੰ ਧਰਨਾ ਲਾਉਣ ਦੀ ਜ਼ਰੂਰਤ ਨਹੀਂ ਪਊਗੀ, ਉਹਦੇ ਵਿੱਚ ਕਿਸੇ ਧੀ ਭੈਣ ਦੀ ਚੁੰਨੀ ਨਹੀਂ ਪਾਟੂਗੀ। ਤੇ ਮੈਂ ਅੱਜ ਪੁੱਛਣਾ ਚਾਹੁੰਦੀ ਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ, ਜਿਨ੍ਹਾਂ ਦੇ ਮੂੰਹ ਨੂੰ ਅਸੀਂ ਵੋਟਾਂ ਪਾਈਆਂ ਸੀ, ਅਸੀਂ ਇੰਨਾ ਬਦਲਾਵ ਲੈ ਕੇ ਆਂਦਾ ਸੀਗਾ, ਮੈਂ ਪੁੱਛਣਾ ਚਾਹੁੰਦੀ ਆ ਕਿ ਇਹ ਬਦਲਾਵ ਆ ਕਿ ਅੱਜ ਤਾਂ ਪੰਜਾਬ ਦੀ ਧੀ ਭੈਣ ਸੜਕਾਂ ਤੇ ਸੌਂ ਰਹੀ ਆ, ਅੱਜ ਤਾਂ ਮਤਲਬ ਕਿ ਜੇ ਮੈਂ ਰੋਲ ਰਹੀ ਆ ਮੇਰੀ ਬੱਚੀ ਵੀ ਨਾਲ ਰੋਲ ਰਹੀ ਆ, ਕਿ ਇਹ ਬਦਲਾਵ ਅਸੀਂ ਸੋਚਿਆ ਸੀ? ਇੱਦਾਂ ਦਾ ਬਦਲਾਵ ਤਾਂ ਅਸੀਂ ਕਦੀ ਵੀ ਨਹੀਂ ਸੀ ਸੋਚਿਆ। ਤੇ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੀ ਆ ਕਿ ਅਗਰ ਉਹਨਾਂ ਦੇ ਮਨ ਵਿੱਚ ਕੋਈ ਹਜੇ ਵੀ ਵਹਿਮ ਭਰਮ ਹੈਗਾ ਕਿ ਕੋਈ ਗੱਲ ਨਹੀਂ, ਅਸੀਂ ਜਿਹੜਾ ਆ 92 ਸੀਟਾਂ ਲੈ ਕੇ ਅਸੀਂ ਬੈਠ ਗਏ ਆ, ਅਸੀਂ ਜਿਹੜਾ ਹੁਣ ਸਾਨੂੰ ਕਿਸੇ ਦੀ ਪਰਵਾਹ ਨਹੀਂ, ਅਸੀਂ ਮੈਜੋਰਟੀ ਦੇ ਵਿੱਚ ਆ, ਪਰ ਉਹ ਇੱਕ ਭੁਲੇਖੇ ਦੇ ਵਿੱਚ ਆ ਕਿ ਜਿਹੜੀ ਜਨਤਾ ਨੇ ਉਹਨਾਂ ਨੂੰ ਕੁਰਸੀ ਤੇ ਬਿਠਾਇਆ ਉਹ ਲਾਉਣਾ ਵੀ ਜਾਣਦੀਆਂ। ਜਨਤਾ ਦੇ ਨਾਲ ਹਰੇਕ ਕੀਤੇ ਵਾਅਦੇ ਉਹਨਾਂ ਦੇ ਝੂਠੇ ਸਾਬਤ ਹੋਏ ਆ। ਸਾਡੇ ਸਬਰ ਦਾ ਇਮਤਿਹਾਨ ਨਾ ਲਵੇ ਸਰਕਾਰ।
ਸਟੇਟ ਲੈਵਲ ਦਾ ਇੱਕ ਪ੍ਰੋਗਰਾਮ ਸੀਗਾ। ਉੱਥੇ ਇੱਕ ਬੱਚਾ ਸਟੇਜ ਤੇ ਭਾਸ਼ਣ ਦਿੰਦਾ ਹੈ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਉੱਥੇ ਹਾਜ਼ਰ ਸੀਗੇ। ਉਹ ਬੱਚਾ ਲੱਤਾਂ ਤੋਂ ਅਪਾਹਜ ਸੀਗਾ, ਉਹਨੂੰ ਬੱਚੇ ਨੂੰ ਅੱਖਾਂ ਤੋਂ ਬਹੁਤ ਘੱਟ ਦਿਸਦਾ ਸੀਗਾ ਤੇ ਉਹਦੇ ਭਾਸ਼ਣ ਸੁਣਨ ਤੋਂ ਬਾਅਦ ਉਹ ਬੱਚੇ ਨੂੰ ਉਹਦਾ ਇਲਾਜ ਕਰਾਉਣ ਵਾਸਤੇ 4 ਲੱਖ ਰੁਪਏ ਦਾ ਉਹ ਦੇਣ ਦਾ ਦਾਅਵਾ ਕਰਦੇ ਨੇ ਕਿ ਮੈਂ ਇਹਦਾ ਇਲਾਜ ਕਰਾਊਂਗਾ ਤੇ ਉਹਦਾ ਇਲਾਜ ਚੱਲ ਵੀ ਰਿਹਾ। ਪਰ ਜਦੋਂ ਤੁਸੀਂ ਹਰਜੋਤ ਸਿੰਘ ਬੈਂਸ ਨੂੰ ਮਿਲੇ, ਤੁਸੀਂ PhD ਤੱਕ ਕੀਤੀ, ਇੰਨੀ ਪੜ੍ਹਾਈ ਕੀਤੀ, ਜਿਹੜੇ ਹਾਲਾਤ ਦੱਸ ਰਹੇ ਹੋ ਇੰਨੇ ਮਾੜੇ ਹਾਲਾਤਾਂ 'ਚ ਇੱਥੇ ਤੱਕ ਪਹੁੰਚਣਾ ਹੋਰ ਹੀ ਵੱਡੀ ਗੱਲ ਹੈ। ਤੁਹਾਡੇ ਪ੍ਰਤੀ ਉਹਨਾਂ ਦਾ ਵਿਵਹਾਰ ਕਿਹੋ ਜਿਹਾ ਸੀ? ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਹਮਦਰਦੀ ਜਤਾਈ ਜਾਂ ਉਹਨੂੰ ਲੱਗਦਾ ਸੀ ਵੀ ਹਾਂ ਅਸੀਂ ਤੁਹਾਡੇ ਭਾਈ ਤੁਹਾਡੀ ਮਿਹਨਤ ਨੂੰ ਬੂਰ ਪਾਵਾਂਗੇ? ਬਿਲਕੁਲ ਵੀ ਨਹੀਂ। ਮੈਨੂੰ ਲੱਗਦਾ ਜੋ ਸਟੇਜਾਂ ਤੇ ਬੋਲਦੇ ਆ ਉਹ ਬਿਲਕੁਲ ਹੀ ਇੱਕ ਦਿਖਾਵਾ ਹੁੰਦਾ ਆ, ਜਦ ਕਿ ਰਿਐਲਿਟੀ ਕੁਝ ਹੋਰ ਹੁੰਦੀ ਆ। ਹੁਣ ਤਾਂ ਮੈਂ ਜਿੱਦਾਂ 1158 ਦੇ ਕਨਵੀਨਰ ਦੇ ਤੌਰ ਤੇ ਉਹਨਾਂ ਨਾਲ ਮੀਟਿੰਗ ਕਰਨ ਗਈ ਸੀ, ਪਰ ਉਸ ਤੋਂ ਪਹਿਲਾਂ ਵੀ ਮੈਨੂੰ ਲੱਗਦਾ ਸੀ ਕਿ ਬਦਲਾਅ ਵਾਲੀ ਸਰਕਾਰ ਆ। ਮੇਰੀ ਕੰਡੀਸ਼ਨ ਦੇਖ ਕੇ ਸਿੱਖਿਆ ਮੰਤਰੀ ਸਾਡੇ ਲਈ ਕੁਝ ਨਾ ਕੁਝ ਜ਼ਰੂਰ ਕਰਨਗੇ, ਕਿਉਂਕਿ ਜਿਹੜੀ ਮਤਲਬ ਕਿ ਪੜ੍ਹੇ ਲਿਖਿਆਂ ਨੂੰ ਉਹ ਨੌਕਰੀਆਂ ਦੇਣ ਦੀ ਗੱਲ ਕਰਦੇ ਸੀ, ਰੁਜ਼ਗਾਰ ਦੇਣ ਦੀ ਗੱਲ ਕਰਦੇ ਸੀ ਤੇ ਇੱਕ 100% ਡਿਸੇਬਲਡ ਪਰਸਨ ਅਗਰ ਉਹਨਾਂ ਦੇ ਕੋਲ ਜਾਊਗਾ, ਉਹ ਇੰਨਾ ਮਤਲਬ ਕਿ ਜਿਹੜਾ ਉਹਨੇ ਕੋਈ ਭੀਖ ਨਹੀਂ ਲੈਣੀ ਸਰਕਾਰ ਤੋਂ, ਆਪਣਾ ਹੱਕ ਮੰਗਣ ਜਾ ਰਿਹਾ। ਉਹਨੇ ਇੱਕ ਪੇਪਰ ਪਾਸ ਕੀਤਾ, ਉਹ ਸਰਕਾਰ ਨੂੰ ਇਹ ਨਹੀਂ ਕਹਿਣ ਜਾ ਰਿਹਾ ਕਿ ਮੈਂ ਤਾਂ ਜੀ ਡਿਸੇਬਲਡ ਹੈ ਤੇ ਮੈਨੂੰ ਮੇਰਾ ਦੇਖੋ, ਮੇਰੇ ਤੇ ਤਰਸ ਕਰੋ, ਮੈਨੂੰ ਨੌਕਰੀ ਦਿਓ। ਇੱਦਾਂ ਦਾ ਕੁਝ ਨਹੀਂ ਸੀ। ਮੈਂ 40 ਸਾਲ ਵੇਟ ਕੀਤੀ, ਮੇਰਾ ਆਪਣਾ ਜ਼ਮੀਰ ਮੈਨੂੰ ਅਲਾਓ ਨਹੀਂ ਸੀ ਕਰਦਾ ਕਿ ਮੈਂ ਕਿਸੇ ਤੋਂ ਕੋਈ ਭੀਖ ਮੰਗਾ। ਮੈਨੂੰ ਪਤਾ ਸੀ ਕਿ ਮੇਰੇ ਵਿੱਚ ਕਾਬਲੀਅਤ ਹੈਗੀ ਆ, ਮੈਂ ਆਪਣੇ ਜਦੋਂ ਨੌਕਰੀ ਲਊਂਗੀ ਆਪਣੇ ਦਮ ਤੇ ਲਊਂਗੀ, ਚਾਹੇ ਮੈਨੂੰ ਨੌਕਰੀ ਸਾਰੀ ਉਮਰ ਨਾ ਮਿਲਦੀ, ਮੈਨੂੰ ਉਸ ਚੀਜ਼ ਦਾ ਅਫਸੋਸ ਨਹੀਂ ਸੀ। ਪਰ ਅੱਜ ਮੈਨੂੰ ਬਹੁਤ ਜ਼ਿਆਦਾ ਅਫਸੋਸ ਆ ਕਿ ਮੈਂ ਇੰਨੀ ਮਿਹਨਤ ਜਿਹੜੀ ਮੇਰੀ 40 ਸਾਲ ਦੀ ਜਿਹੜੀ ਮੇਰੀ ਇੱਕ ਕਮਾਈ ਸੀ, ਉਹ ਮੈਂ ਇੱਕ ਜੁਆਇਨਿੰਗ ਲੈਟਰ ਲਿਆ ਸੀ, ਉਹ ਵੀ ਅੱਜ ਮੇਰੇ ਲਈ ਇੱਕ ਕਾਗਜ਼ ਦਾ ਟੁਕੜਾ ਬਣ ਚੁੱਕਾ ਆ। ਉਹਦੀ ਕੋਈ ਵੈਲਿਊ ਨਹੀਂ ਹੈਗੀ। ਜਦੋਂ ਮੈਂ ਉਹਨਾਂ ਨੂੰ ਮਿਲੀ ਅਨੰਦਪੁਰ ਸਾਹਿਬ 14 ਅਪ੍ਰੈਲ ਨੂੰ, ਉਹਨਾਂ ਦਾ ਪ੍ਰੋਗਰਾਮ ਸੀਗਾ ਵਿਰਾਸਤ-ਏ ਖਾਲਸਾ ਦੇ ਵਿੱਚ, ਉਹਨਾਂ ਦੇ ਕਿਸ ਲਿੰਕ ਦੇ ਥਰੂ ਮਿਲੀ ਸੀ ਕਿ ਉਹ ਕਹਿੰਦੇ ਸੀ ਕਿ ਤੁਸੀਂ ਸਾਡੇ ਨਾਲ ਆਓ, ਗੱਲਬਾਤ ਕਰੋ, ਸਾਡੇ ਮਸਲੇ ਹੱਲ ਹੋ ਜਾਣਗੇ, ਤੁਹਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਊਗੀ। ਉਸੇ ਹੀ ਉਹਨਾਂ ਦੀ ਗੱਲਬਾਤ ਦੇ ਆਧਾਰ ਤੇ ਅਸੀਂ ਉਹਨਾਂ ਦੇ ਕੋਲ ਗਏ ਸਟੇਜ ਤੇ। ਮਤਲਬ ਕਿ ਉਹ ਮੰਤਰੀ ਜਿਹੜੇ ਕੋਈ ਸਫਾਈ ਵਰਕਰ ਵੀ ਸੀ, ਉਹਨਾਂ ਨੂੰ ਨਾਲ ਖਿੱਚ ਕੇ ਫੋਟੋਆਂ ਕਰਵਾ ਰਿਹਾ ਸੀ। ਤੇ ਜਦੋਂ ਮਤਲਬ ਕਿ ਸਾਡੇ ਕੋਲ ਆਇਆ, ਜਦੋਂ ਉਹਨੂੰ ਪਤਾ ਲੱਗਾ ਕਿ 1158 ਵਾਲੇ ਆ, ਤੇ ਉਹਦੀ ਐਕਸਪ੍ਰੈਸ਼ਨ ਇੱਕਦਮ ਚੇਂਜ ਹੋ ਗਏ ਤੇ ਕਹਿੰਦਾ ਕਿ ਮੈਡਮ ਕੀ ਕਰਾਂ ਮੈਂ ਤੁਹਾਡੇ ਲਈ, ਕੀ ਕਰ ਸਕਦਾ ਮੈਂ ਤੁਹਾਡੇ ਲਈ? ਤੁਹਾਡਾ ਮੈਟਰ ਤਾਂ ਕੋਰਟ ਦੇ ਵਿੱਚ ਆ, ਮੈਂ ਕੋਰਟ ਦੇ ਮਾਮਲੇ 'ਚ ਕੁਝ ਨਹੀਂ ਕਰ ਸਕਦਾ। ਤੇ ਅਸੀਂ ਕਿਹਾ ਸਰ, ਜੇ ਮਾਮਲੇ ਸਿੱਖਿਆ ਦੇ ਕੋਰਟ ਨਹੀਂ ਦੇਖਣੇ ਆ ਤੇ ਫਿਰ ਸਰਕਾਰਾਂ ਕਿਉਂ ਬਣਾਈਆਂ ਸੀ? ਜੇ ਅਸੀਂ ਕੋਰਟਾਂ ਦੇ ਵਿੱਚ ਹੀ ਰੁਲਣਾ ਆ, ਫਿਰ ਸਰਕਾਰ ਦਾ ਸਾਨੂੰ ਕੀ ਫਾਇਦਾ? ਸਿੱਖਿਆ ਮੰਤਰੀ ਫਿਰ ਕਿਉਂ ਬੈਠਾ ਆ? ਤੇ ਕੋਰਟਾਂ ਦੇ ਵਿੱਚ ਤਾਂ ਤੁਸੀਂ ਦੇਖੋ ਹਰ ਇੱਕ ਮਹਿਕਮੇ ਦੀ ਭਰਤੀ ਕੋਰਟ ਦੇ ਵਿੱਚ ਜਾਂਦੀ, ਕਿਉਂਕਿ ਬੇਰੁਜ਼ਗਾਰੀ ਇੰਨੀ ਆ ਕਿ ਜੇ ਕੋਈ ਇੱਕ ਅੱਧੇ ਨੰਬਰ ਤੋਂ ਵੀ ਕੋਈ ਘਟ ਗਿਆ ਤੇ ਕੋਰਟ ਕੇਸ ਕਰ ਦਿੰਦਾ ਹੈ। ਹਰ ਇੱਕ ਮਹਿਕਮੇ ਦੀ ਭਰਤੀ ਕੋਰਟ ਵਿੱਚ ਜਾਂਦੀ ਆ ਔਰ ਕੋਰਟ 'ਚੋਂ ਬਰੀ ਵੀ ਹੁੰਦੀ ਆ। ਤੁਸੀਂ ਰਵੀ ਸਿੱਧੂ ਵਾਲੇ ਕੇਸ ਦੀ ਗੱਲ ਦੇਖ ਲਓ ਕਿ ਭਰਤੀ ਕੋਰਟ ਦੇ ਵਿੱਚ ਗਈ, ਚਾਹੇ ਉਹ ਕਰਪਸ਼ਨ ਦਾ ਮਾਮਲਾ ਸੀ, ਪਰ ਕੈਂਡੀਡੇਟ ਜਿਨ੍ਹਾਂ ਦਾ ਕਸੂਰ ਨਹੀਂ ਸੀ, ਕੋਰਟ ਨੇ ਉਹਨਾਂ ਨੂੰ ਰਿਲੀਫ ਦਿੱਤੀ। ਪਰ ਦਿੱਤੀ ਕਦੋਂ? 20 ਸਾਲ ਬਾਅਦ ਜਾ ਕੇ, ਕਿਉਂਕਿ ਕੋਰਟ ਨੇ ਤਾਂ ਸਾਰੇ ਡਾਕੂਮੈਂਟ ਦੇਖਣੇ ਆ। ਕੋਰਟ ਕਹਿੰਦੇ ਹੁੰਦੇ ਕਾਨੂੰਨ ਅੰਨਾ ਹੁੰਦਾ ਆ, ਕਾਨੂੰਨ ਨੇ ਸਾਰਾ ਕੁਝ ਦੇਖਣ ਤੋਂ ਬਾਅਦ ਫੈਸਲਾ ਦੇਣਾ ਹੁੰਦਾ ਆ। ਪਰ ਜਦੋਂ ਸਰਕਾਰ ਨੂੰ ਵੀ ਪਤਾ ਆ ਕਿ ਸਾਡਾ ਕਸੂਰ ਨਹੀਂ ਆ ਤੇ ਕੋਰਟ ਦੇ ਵਿੱਚ ਉਹ ਚੀਜ਼ਾਂ ਪੇਸ਼ ਕਰੇ। ਸਰਕਾਰ ਦੇ ਹੱਥ ਬਹੁਤ ਕੁਛ ਆ, ਸਰਕਾਰ ਬਹੁਤ ਕੁਝ ਕਰ ਸਕਦੀ ਹੈ ਸਿੱਖਿਆ ਦੇ, ਪਰ ਇਹ ਕਰਨਾ ਨਹੀਂ ਚਾਹੁੰਦੀ, ਕਿਉਂਕਿ ਸਰਕਾਰ ਜਿਹੜੀ ਆ ਸਿੱਖਿਆ ਦਾ ਨਿੱਜੀਕਰਨ ਕਰਨਾ ਚਾਹੁੰਦੀ ਆ। ਇਹਦੀ ਜਿਹੜੀ ਉਦਾਹਰਨ ਇਹ ਆ ਕਿ ਜਿਹੜਾ ਲਵਲੀ ਯੂਨੀਵਰਸਿਟੀ ਦਾ ਜਿਹੜਾ ਮਾਲਕ ਆ ਅਸ਼ੋਕ ਮਿੱਤਲ, ਉਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਆ। ਉਹ ਪ੍ਰਾਈਵੇਟ ਯੂਨੀਵਰਸਿਟੀ ਦਾ ਮਾਲਕ, ਉਹ ਕਿਉਂ ਸੋਚੂਗਾ ਕਿ ਪੰਜਾਬ ਦੇ ਸਰਕਾਰੀ ਕਾਲਜ ਵਧਣ ਫੁੱਲਣ? ਉਹ ਕਿਉਂ ਸੋਚੂਗਾ ਕਿ ਇੱਥੇ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਨ? ਸਭ ਤੋਂ ਵੱਡੀ ਗੱਲ ਕਿ ਜਿਹੜੇ 1158 ਦੇ ਵਿੱਚ ਜਿੰਨੇ ਵੀ ਉਮੀਦਵਾਰ ਸਿਲੈਕਟ ਹੋਏ ਆ, ਉਹ ਸਾਰੇ ਆਮ ਪਰਿਵਾਰਾਂ ਤੋਂ। ਤੇ ਸਰਕਾਰ ਕਦੀ ਨਹੀਂ ਚਾਹੂਗੀ ਕਿ ਇੱਕ ਆਮ ਘਰ ਦਾ ਬੱਚਾ ਕੁਰਸੀ ਤੇ ਬੈਠੇ ਅਫਸਰ ਬਣੇ। ਉਹ ਕੀ ਚਾਹੁੰਦੀ, ਸਰਕਾਰ ਕੀ ਚਾਹੁੰਦੀ ਆ ਕਿ ਇਹਨਾਂ ਨੂੰ ਫ੍ਰੀ ਦਾ ਆਟਾ ਦੇ ਦਿਓ, ਫ੍ਰੀ ਦਾ ਦਾਲ ਦੇ ਦਿਓ, ਫ੍ਰੀ ਬਿਜਲੀ ਦੇ ਦਿਓ, ਫ੍ਰੀ ਇਹਨਾਂ ਨੂੰ ਸਫ਼ਰ ਦੇ ਦਿਓ। ਬਸ ਇਹਨਾਂ ਨੂੰ ਦੇਖੋ, ਮੈਂ ਫਿਜ਼ੀਕਲ ਹੈਂਡੀਕੈਪਟ ਤੁਹਾਨੂੰ ਦਿਸ ਰਹੀ ਹਾਂ, ਪਰ ਸਰਕਾਰਾਂ ਨੇ ਇੱਥੇ ਤੱਕ ਬਣਾ ਲਿਆ ਕਿ ਇਹਨਾਂ ਨੂੰ ਮੈਂਟਲੀ ਹੈਂਡੀਕੈਪਟ ਕਰ ਦਿਓ, ਇਹਨਾਂ ਨੂੰ ਮੈਂਟਲੀ ਹੈਂਡੀਕੈਪਟ ਕਰਕੇ ਘਰ ਬਿਠਾ ਦਿਓ। ਕਿਉਂਕਿ ਸਿੱਖਿਆ ਕੀ ਕਰਦੀ ਆ? ਇਹ ਸਵਾਲ ਪੈਦਾ ਕਰਦੀ ਆ। ਤੇ ਸਰਕਾਰ ਫ੍ਰੀ ਸਿੱਖਿਆ ਨਹੀਂ ਦਊਗੀ, ਕਿਉਂਕਿ ਸਿੱਖਿਆ ਇਹਨਾਂ ਨੂੰ ਸਵਾਲ ਕਰੂਗੀ, ਇਹਨਾਂ ਨੂੰ ਰੋਕੂਗੀ ਮੋੜਾਂ ਤੇ। ਇਹ ਚਾਹੁੰਦੇ ਆ ਕਿ ਲੋਕ ਅੰਦਰ ਪੱਖਿਆਂ ਦੇ ਥੱਲੇ ਬੈਠ ਕੇ ਬਿੱਲ ਨਾ ਆਊਗਾ ਤੇ ਅੰਦਰ ਪਏ ਰਹਿਣ ਕਿ ਸਾਨੂੰ ਕੋਈ ਸਵਾਲ ਕਰਨ ਵਾਲਾ ਨਾ ਰਹੇ। ਜਿਹੜਾ ਕੋਰਟ ਦੇ ਵਿੱਚ ਮਸਲਾ ਲਟਕਿਆ ਹੋਇਆ, ਉੱਤੇ ਸਰਕਾਰ ਦੀ ਕੀ ਕਮੀ ਹੈ? ਸਰਕਾਰ ਤੁਸੀਂ ਚਾਹੁੰਦੇ ਕਿ ਵੀ ਕੋਰਟ ਦੇ ਵਿੱਚ ਸਰਕਾਰ ਇਹ ਚੀਜ਼ ਕਰੇ? ਸਰਕਾਰ ਦੀ ਹੀ ਕਮੀ ਆ। ਪਹਿਲਾਂ ਵੀ ਜੇ ਫਸਟ ਬੈਂਚ ਤੋਂ ਸਾਡੀ ਭਰਤੀ ਰੱਦ ਹੋਈ ਆ ਤੇ ਉਹ ਸਰਕਾਰ ਦੀ ਵਜ੍ਹਾ ਨਾਲ ਹੋਈ ਆ।
ਕਿਉਂਕਿ ਜੋ ਡਾਕੂਮੈਂਟ ਕੋਰਟ ਨੂੰ ਚਾਹੀਦੇ ਆ ਉਹ ਸਰਕਾਰ ਜਾਣਬੁੱਝ ਕੇ ਪੇਸ਼ ਨਹੀਂ ਕਰ ਰਹੀ ਹੈਗੀ। ਮਸਲਾ ਕਿਤੇ ਵੀ ਨਹੀਂ ਅੜਿਆ ਹੈਗਾ। UGC PPSC ਦੇ ਇਸ਼ੂ ਤੇ ਜਦੋਂ ਮਤਲਬ ਕਿ 19 ਤਰੀਕ ਨੂੰ ਸਾਡਾ 19 ਅਕਤੂਬਰ 2021 ਨੂੰ ਨੋਟੀਫਿਕੇਸ਼ਨ ਆਉਂਦਾ ਹੈ ਤੇ ਉਹ ਦੋ ਮਸਲਿਆਂ ਤੇ ਜਿਹੜੀਆਂ ਰਿਟਾਂ ਪਈਆਂ ਸੀ ਬਹੁਤ ਜ਼ਿਆਦਾ, ਪਰ ਜੱਜ ਸਾਹਿਬ ਇੰਨੇ ਕੁ ਪੋਜ਼ਿਟਿਵ ਸੀਗੇ ਕਿ ਭਰਤੀ 25 ਸਾਲ ਬਾਅਦ ਆਈ ਹੈ, ਉਹਨਾਂ ਨੇ ਉਸ ਇਸ਼ੂਜ਼ ਤੇ ਰਿਟ ਵੀ ਨਹੀਂ ਪਾਈ ਸੀ, ਕੋਈ ਸਟੇ ਵੀ ਨਹੀਂ ਸੀ ਲਾਈ। ਉਹ ਕਹਿੰਦੇ ਸੀ ਕਿ ਨਹੀਂ ਇਹ ਸਟੇ ਵਾਲਾ ਮਸਲਾ ਨਹੀਂ, ਇਹਨੂੰ ਅੱਗੇ ਜਿਹੜਾ ਥੋੜੀਆਂ ਜਿਹੀਆਂ ਕਮੀਆਂ ਸਰਕਾਰ ਪੇਸ਼ ਕਰ ਦਿਓ ਤੇ ਭਰਤੀ ਪੂਰੀ ਹੋ ਜਾਊਗੀ। ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤੇ ਉਹੀ ਜੱਜ ਇਹਨਾਂ ਦੋ ਇਸ਼ੂਜ਼ ਤੇ ਭਰਤੀ ਕੁਐਸ਼ ਕਰ ਦਿੰਦਾ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਸਾਡੀ ਜਿਹੜੀ ਨਿਆਂਪਾਲਿਕਾ ਵੀ ਜਿਹੜੀ ਉਹ ਸੁਤੰਤਰ ਰਹਿ ਗਈ ਆ। ਜਿਹੜੇ ਕੁਝ ਦਿਨ ਪਹਿਲਾਂ ਤੁਹਾਡੇ ਕੋਲੇ ਕੁਝ ਆਮ ਆਦਮੀ ਪਾਰਟੀ ਵਾਲੇ ਆਏ ਸੀ, ਉਹ ਕੀ ਕਹਿੰਦੇ ਸੀਗੇ? ਸਰ ਉਹ ਹਰਜੋਤ ਬੈਂਸ ਜੀ ਨੇ ਉਸ ਦਿਨ ਆਪਣੇ ਪਿੰਡ ਬੂਟੇ ਲਾਉਣ ਆਉਣਾ ਸੀਗਾ ਤੇ ਅਸੀਂ ਇੱਥੇ ਬੈਠੇ ਸੀ ਤੇ ਅਸੀਂ ਮੁਰਦਾਬਾਦ, ਨੈਚੁਰਲੀ ਅਸੀਂ ਦੁਖੀ ਸੀ, ਅਸੀਂ ਮੁਰਦਾਬਾਦ ਕਰਾਂਗੇ ਹਰਜੋਤ ਬੈਂਸ ਨੂੰ। ਤੇ ਉਹਨੇ ਆਪਣੇ ਪਿੰਡ ਦੀਆਂ ਜਿਹੜੀਆਂ ਆਪ ਵਰਕਰ ਭੇਜੀਆਂ ਤੇ ਆ ਕੇ ਸਾਨੂੰ ਡਰਾਉਣ ਧਮਕਾਉਣ ਲੱਗ ਗਈਆਂ ਕਿ ਉਹ ਸਾਡਾ ਬੱਚਾ ਆ, ਤੁਸੀਂ ਉਹਨੂੰ ਮੁਰਦਾਬਾਦ ਨਹੀਂ ਕਹਿਣਾ। ਅਸੀਂ ਉਹਨਾਂ ਨੂੰ ਆਪਣੀ ਸਾਰੀ ਸਟੋਰੀ ਦੱਸੀ ਕਿ ਸਾਨੂੰ ਕੋਈ ਸ਼ੌਂਕ ਨਹੀਂ ਪਿਆ ਸੀ ਸੜਕਾਂ ਤੇ ਆਈਏ, ਕੱਲ੍ਹ ਨੂੰ ਤੁਹਾਡੇ ਬੱਚੇ ਵੀ ਇੱਥੇ ਆਉਣੇ ਆ, ਜਿੱਥੇ ਅੱਜ ਅਸੀਂ ਬੈਠੇ ਆ ਕੱਲ੍ਹ ਨੂੰ ਤੁਹਾਡੇ ਬੱਚੇ ਵੀ ਉੱਥੇ ਆਉਣੇ ਆ। ਅਸੀਂ ਹਰਜੋਤ ਬੈਂਸ ਨੂੰ ਮੁਰਦਾਬਾਦ ਨਹੀਂ ਕਰ ਰਹੇ, ਅਸੀਂ ਆਪਣੇ ਸਿੱਖਿਆ ਮੰਤਰੀ ਨੂੰ ਕਰ ਰਹੇ ਆ। ਸਾਡੀ ਉਹਦੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਹੈਗੀ। ਪਹਿਲੀਆਂ ਸਰਕਾਰਾਂ ਦਾ ਵੀ ਮੁਰਦਾਬਾਦ ਹੋਇਆ, ਉਹਨਾਂ ਨੇ ਕੰਮ ਨਹੀਂ ਕੀਤਾ, ਇਹ ਕੰਮ ਨਹੀਂ ਕਰੂਗੀ, ਇਹਨਾਂ ਦਾ ਵੀ ਹੋਊਗਾ। ਇਦੋਂ ਗਾਂਹ ਸਰਕਾਰ ਆਊਗੀ, ਅਗਰ ਉਹ ਵੀ ਕੰਮ ਨਹੀਂ ਕਰੂਗੀ ਅਸੀਂ ਉਹਨਾਂ ਦਾ ਵੀ ਇੱਦਾਂ ਹੀ ਮੁਰਦਾਬਾਦ ਕਰਾਂਗੇ। ਇਹ ਗੱਲ ਅਸੀਂ ਉਹਨਾਂ ਨੂੰ ਸਮਝਾਈ ਤੇ ਫਿਰ ਉਹ ਚਲੇ ਗਈਆਂ ਸੀਗੀਆਂ। ਉਹ ਸਮਝ ਗਏ ਸੀ ਕਿ ਅਸੀਂ ਕਿਉਂ ਇੱਥੇ ਬੈਠੇ ਆ। ਤੁਸੀਂ ਸਰ ਹੈਰਾਨ ਹੋਵੋਗੇ ਕਿ ਇੱਥੇ ਜਿਹੜੇ ਲੋਕਲ ਲੋਕ ਆ ਉਹ ਇੰਨੀ ਕੁ ਸਪੋਰਟ ਕਰ ਰਹੇ ਆ ਸਾਡੇ ਨਾਲ, ਮਤਲਬ ਕਿ ਹਰਜੋਤ ਬੈਂਸ ਦੇ ਪ੍ਰਤੀ ਉਹਨਾਂ ਦੀ ਕੀ ਸ਼ਬਦਾਵਲੀ ਆ ਕਿ ਇਹ ਬੰਦਾ ਤਾਂ ਪੰਚ ਬਣਨ ਦੇ ਲਾਇਕ ਨਹੀਂ ਸੀ। ਬਈ ਬਦਲਾਵ ਦੇ ਚੱਕਰ ਵਿੱਚ MLA ਬਣ ਗਿਆ। ਉਹ ਕਹਿੰਦੇ ਅੱਜ ਸਾਡੇ ਨਾਲ ਇਹ ਸ਼ਰਤ ਲਾ ਲਵੇ ਜੇ ਦੁਬਾਰਾ ਚੋਣਾਂ ਕਰਾਵੇ ਤੇ ਡੱਬੇ ਨਾ ਖਾਲੀ ਚੁਕਾਏ ਤਾਂ ਸਾਡਾ ਨਾਮ ਬਟਾ। ਮਤਲਬ ਕਿ ਇੰਨਾ ਕੁ ਲੋਕ 1.5 ਸਾਲ ਦੇ ਵਿੱਚ ਇਸ ਸਰਕਾਰ ਤੋਂ ਅੱਕ ਚੁੱਕੇ ਆ। ਪੰਜਾਬ ਦੀਆਂ ਸਾਨੂੰ ਵਾਰੀ-ਵਾਰੀ ਹਰ ਥਾਂ ਤੇ ਜਾਣਾ ਪੈਂਦਾ, ਅਸੀਂ ਜਾਣੇ ਆਂਗੇ। ਪੰਜਾਬ ਦੀਆਂ ਭਰਾਤਰੀ ਜਥੇਬੰਦੀਆਂ 'ਚ ਗੱਲ ਚੱਲ ਰਹੀ ਹੈ, ਜਿਹੜਾ ਐਜੂਕੇਸ਼ਨ ਵਰਗ, ਜਿਹੜਾ ਸਟੂਡੈਂਟ ਵਰਗ ਹੈ ਜਾਂ ਮੁਲਾਜ਼ਮ ਵਰਗ, ਉਹਨਾਂ 'ਚ ਵੀ 1158 ਦੀ ਗੱਲ ਚੱਲਦੀ ਹੈ। ਇਹ ਮੋਰਚਾ ਕਦੋਂ ਤੱਕ ਐ ਸ਼ਾਂਤ ਬੈਠਾ ਰਹੂਗਾ ਜਾਂ ਕੋਈ ਤੁਹਾਡਾ ਆਉਣ ਵਾਲੀ ਯੋਜਨਾ ਕੀ ਹੈ? ਕੋਈ ਸਰਕਾਰ 2 ਸਾਲ ਦੇ ਲਗਭਗ ਉੱਪਰ ਸਮਾਂ ਹੋ ਗਿਆ, ਹੁਣ ਤੱਕ ਤੁਹਾਡੀ ਕਿਸੇ ਨੇ ਗੱਲ ਨਹੀਂ ਸੁਣੀ ਹੈਗੀ। ਅਗਲੇ ਕਹਿਣਾ ਕੀ ਚਾਹੁੰਦੇ ਹੋ, ਕੀ ਕਰਨਾ ਚਾਹੁੰਦੇ ਹੋ? ਸਰ ਸਰਕਾਰ ਸਾਡਾ ਸਬਰ ਪਰਖ ਰਹੀ ਹੈ। ਅੱਜ ਸਾਡਾ 17ਵਾਂ ਦਿਨ ਆ, ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰ ਵੱਲੋਂ ਸਾਨੂੰ ਕੋਈ ਵੀ ਮੀਟਿੰਗ ਜਾਂ ਗੱਲਬਾਤ ਲਈ ਕੋਈ ਸੱਦਾ ਨਹੀਂ ਆਇਆ। ਜੇ ਆਇਆ ਤੇ ਸਿਰਫ ਸਾਨੂੰ ਡਰਾਇਆ ਧਮਕਾਇਆ ਗਿਆ ਕਿ ਤੁਸੀਂ ਜਿਹੜਾ ਧਰਨਾ ਛੱਡ ਦਿਓ, ਕੁਛ ਨਹੀਂ ਹੱਲ ਹੋਣਾ ਤੁਹਾਡਾ। ਮਤਲਬ ਕਿ ਉਹਨਾਂ ਦੇ ਕਹਿਣ ਦਾ ਭਾਵ ਕਿ ਸਿੱਖਿਆ ਮੰਤਰੀ ਦੇ ਹੱਥ ਹੀ ਕੁਛ ਹੈ ਨਹੀਂ। ਡਾਇਰੈਕਟ ਸ਼ਬਦਾਵਲੀ ਉਹਨਾਂ ਦੀ ਇਹ ਆ ਕਿ ਕੁਛ ਨਹੀਂ ਹੋਣਾ, ਕਿ ਤੁਹਾਡਾ ਧਰਨਾ ਚੁਕਾਉਣਾ ਤਾਂ ਸਾਡੀ ਚੁਟਕੀਆਂ ਦੀ ਖੇਡ ਆ। ਇੱਥੇ ਦੇ SSP ਸਾਹਿਬ ਵਿਵੇਕਸ਼ੀਲ ਸੋਨੀ, ਉਹਨਾਂ ਨੇ ਸਾਨੂੰ ਬੁਲਾਇਆ, ਸਿਰਫ ਸਾਨੂੰ ਧਮਕੀਆਂ ਹੀ ਦਿੱਤੀਆਂ। ਅਸੀਂ ਆਪਣੀ ਫਾਈਲ ਲੈ ਕੇ ਗਏ, ਉਹਨਾਂ ਨੇ ਫਾਈਲ ਦੇਖੀ ਵੀ ਨਹੀਂ। ਜੋ ਉਹਨਾਂ ਨੂੰ ਹਰਜੋਤ ਬੈਂਸ ਵੱਲੋਂ ਹਦਾਇਤਾਂ ਸੀ ਕਿ ਇਹਨਾਂ ਨੂੰ ਡਰਾਉਣਾ ਧਮਕਾਉਣਾ ਆ, ਔਰ ਇੰਨੀ ਕੁ ਮਤਲਬ ਕਿ ਉਹਨਾਂ ਨੇ ਰੂਟ ਲੈਂਗੁਏਜ ਸਾਡੇ ਨਾਲ ਯੂਜ਼ ਕੀਤੀ ਕਿ ਮੈਂ ਇੱਦਾਂ ਡਾਂਗ ਭਰਾਉਂਦਾ ਹੁੰਦਾ ਹੈ ਨਾ ਕਿ ਬਰਨਾਲੇ ਤਾਂ ਤੁਹਾਡੇ ਤੇ ਕੀ ਲਾਠੀ ਚਾਰਜ ਹੋਇਆ ਸੀ। ਕਹਿੰਦੇ ਇੱਥੇ 3 ਮਿੰਟ ਡਾਂਗ ਤੋਂ ਬਾਅਦ ਤੁਸੀਂ ਚੌਥੇ ਟਾਈਮ ਮੇਰੇ ਪੈਰਾਂ 'ਚ ਡਿੱਗੋਗੇ, ਮੁੜ ਕੇ ਕਦੀ ਧਰਨੇ ਬਾਰੇ ਨਾ ਸੋਚੋਗੇ। ਦੂਜਾ ਸਵਾਲ ਸਰ ਤੁਹਾਡਾ ਇਹ ਆ ਕਿ ਮਤਲਬ ਕਿ ਅਸੀਂ ਅੱਗੇ ਕੀ ਕਰਾਂਗੇ। ਸਰ ਸਾਡੀ ਕਰੋ ਜਾਂ ਮਰੋ ਦੀ ਸਥਿਤੀ ਆ, ਅਸੀਂ ਘਰਾਂ ਦੇ ਵਿੱਚ ਭੁੱਖੇ ਮਰ ਰਹੇ ਹਾਂ। ਸਰਕਾਰ ਸਾਨੂੰ ਬਹੁਤ ਹਲਕੇ ਦੇ ਵਿੱਚ ਲੈ ਰਹੀ ਆ, ਪਰ ਜੇ ਸਰਕਾਰ ਸਾਡੀ ਅੱਗੇ ਸੁਣਵਾਈ ਨਹੀਂ ਕਰਦੀ, ਸਾਡਾ ਕੋਈ ਵੀ ਹੱਲ ਨਹੀਂ ਕਰਦੀ, ਸਾਡੀ ਹੱਕੀ ਤੇ ਜਾਇਜ਼ ਮੰਗਾਂ ਨੂੰ ਨਹੀਂ ਮੰਨਦੀ, ਤੇ ਅਸੀਂ ਆਪਣਾ ਸੰਘਰਸ਼ ਹੋਰ ਤਿੱਖਾ ਕਰਾਂਗੇ। ਇਹ ਜਿਹੜਾ ਮੁੱਖ ਮੰਤਰੀ ਬਾਰ-ਬਾਰ ਭਾਸ਼ਣ ਦਿੰਦਾ ਹੁੰਦਾ ਸੀ ਕਿ ਚੁੱਲ੍ਹਿਆਂ ਦੀ ਅੱਗ ਬੁਝਦੀ ਜਾ ਰਹੀ ਆ ਤੇ ਸਿਵਿਆਂ ਦੀ ਅੱਗ ਬਲਦੀ ਜਾ ਰਹੀ ਆ, ਇਹ ਮੁੱਖ ਮੰਤਰੀ ਆਪ ਸਾਡੇ ਸਿਵਿਆਂ ਨੂੰ ਆ ਕੇ ਅੱਗ ਲਾਊਗਾ। ਜਦੋਂ ਤੱਕ ਇਹ ਸਾਡੇ ਸਿਵੇ ਨਹੀਂ ਬਾਲਦਾ, ਜਦ ਤੱਕ ਸਾਡਾ ਸੰਸਕਾਰ ਨਹੀਂ ਕੀਤਾ ਜਾਊਗਾ, ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੂਗਾ ਕਿ ਇਹ ਕਿੰਨਾ ਝੂਠਾ ਬੰਦਾ ਆ, ਅਸੀਂ ਕਿਉਂ ਚੁਣ ਲਿਆ ਇਹਦੇ। ਮਤਲਬ ਕਿ ਉਹ ਇੱਕ ਹਜੇ ਵੀ ਉਹਨੂੰ ਇੱਦਾਂ ਹੀ ਲੱਗਦਾ ਕਿ ਮੈਂ ਇੱਕ ਸਟੇਜ ਚਲਾ ਰਿਹਾ, ਉਹਨੂੰ ਪਤਾ ਹੀ ਨਹੀਂ ਕਿ ਮੈਂ ਸਟੇਟ ਚਲਾ ਰਿਹਾ, ਮੈਂ ਲੋਕਾਂ ਨੂੰ ਕਿੱਦਾਂ, ਮਤਲਬ ਕਿ ਉਹਨੂੰ ਲੱਗਦਾ ਕਿ 5 ਸਾਲ ਜਿਹੜੇ ਹੈਗੇ ਮੇਰੇ ਕੋਲ ਆ, 5 ਸਾਲ ਮੈਂ ਜੋ ਮਰਜ਼ੀ ਕਰਾਂ। 3 ਮਹੀਨੇ ਪਹਿਲਾਂ ਫਿਰ ਗੋਡੇ ਫੜਨ ਲੱਗ ਪਊਗਾ ਜਿੱਦਾਂ ਪਹਿਲਾਂ ਫੜੇ ਉਹਨੇ ਲੋਕਾਂ ਨੇ, ਫਿਰ ਪੈਰੀ ਹੱਥ ਲਾਉਣ ਲੱਗੂਗਾ। ਪਰ ਪੰਜਾਬ ਦੇ ਲੋਕ ਹੁਣ ਬਹੁਤ ਸਮਝ ਚੁੱਕੇ ਆ। ਸਾਡੇ ਨਾਲ ਭਰਾਤਰੀ ਜਥੇਬੰਦੀਆਂ ਆ ਰਹੀਆਂ, ਸਾਡੇ ਨਾਲ ਮੁਲਾਜ਼ਮ ਵਰਗ ਆ ਰਿਹਾ ਆ, ਸਾਡੇ ਨਾਲ ਸਟੂਡੈਂਟ ਯੂਨੀਅਨ ਆ ਰਹੀਆਂ, ਸਾਡੇ ਨਾਲ ਪੰਜਾਬ ਦੇ ਲੋਕ ਆ ਰਹੇ ਆ। ਉਹ ਇਹ ਕਹਿ ਰਹੇ ਆ ਕਿ ਸਾਡੇ ਬੱਚੇ ਜਿਹੜੇ ਸੜਕਾਂ ਤੇ ਰੁਲ ਰਹੇ ਆ,
ਅਸੀਂ ਆਪਣੇ ਬੱਚਿਆਂ ਦਾ ਸਾਥ ਦੇਵਾਂਗੇ ਕਿ ਦੇਖ ਲਓ ਕਿ ਸਰਕਾਰ ਕਦੋਂ ਤੱਕ ਤੁਹਾਡਾ ਸਬਰ ਪਰਖਦੀ ਆ। ਜਦੋਂ ਤੱਕ ਸਰਕਾਰ ਜਿਹੜੀ ਆ ਕਿਸੇ ਵੀ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਨਹੀਂ ਕਰਦੀ ਜਾਂ ਹੱਲ ਨਹੀਂ ਕਰਦੀ, ਫਿਰ ਪੰਜਾਬ ਦੇ ਲੋਕ ਇਹਨਾਂ ਨੂੰ ਦੱਸਣਗੇ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਕਿਸ ਪਰਪਸ ਲਈ ਚੁਣਿਆ ਸੀ ਤੇ ਅੱਜ ਇਹ ਕੀ ਕਰ ਰਹੇ ਤੇ ਪੰਜਾਬ ਦੇ ਲੋਕ ਕੀ ਕਰ ਸਕਦੇ। ਤੁਸੀਂ ਸੁਣਿਆ 1158 ਭਰਤੀ ਦੇ ਕਨਵੀਨਰ ਮੈਡਮ ਜਸਵਿੰਦਰ ਕੌਰ ਨੂੰ। ਪਿਓ ਮਜ਼ਦੂਰ ਹੋਵੇ ਤੇ ਹਾਰਟ ਅਟੈਕ ਨਾਲ ਦੁਨੀਆ ਤੋਂ ਚੱਲ ਵਸਿਆ ਹੋਵੇ, ਮਾਂ ਹਾਰਟ ਦੀ ਪੇਸ਼ੈਂਟ ਹੋ ਕੇ ਮੰਜੇ 'ਤੇ ਪਈ ਹੋਵੇ ਤੇ ਇਹ ਕੁੜੀ ਸਰੀਰਕ ਪੱਖੋਂ ਅਪਾਹਜ ਹੋ ਕੇ ਭੈਣਾਂ ਦੇ ਮੋਢਿਆਂ 'ਤੇ ਬੈਠ ਕੇ ਸਕੂਲ ਜਾਣ ਵਾਲੀ ਸਥਿਤੀ 'ਚੋਂ ਗੁਜ਼ਰ ਕੇ ਉਚੇਰੀ ਸਿੱਖਿਆ ਹਾਸਲ ਕੀਤੀ ਹੋਵੇ। ਇਹ ਸਫ਼ਰ ਸੌਖਾ ਨਹੀਂ ਹੈ। ਪੰਜਾਬ ਦੀ ਇਹ ਹੁਕਮਰਾਨ ਸਰਕਾਰੇ ਪੰਜਾਬ ਦੇ ਲੋਕੋ 1158 ਭਰਤੀ ਦਾ ਸੁਨੇਹਾ ਜਦੋਂ ਵੀ ਆਵੇ ਕਿ ਤੁਸੀਂ ਇਸ ਭਰਤੀ ਨੂੰ ਨੇਪਰੇ ਚਾੜਨ ਦੇ ਲਈ ਇਹਨਾਂ ਦਾ ਸਾਥ ਜ਼ਰੂਰ ਦਿਓ, ਕਿਉਂਕਿ 1158 ਭਰਤੀ ਦਾ ਨੇਪਰੇ ਚੜ੍ਹਨਾ, ਪੂਰ ਚੜ੍ਹਨਾ ਇਸ ਲਈ ਲਾਜ਼ਮੀ ਹੈ ਕਿਉਂਕਿ ਪੰਜਾਬ ਦੇ ਸਰਕਾਰੀ ਕਾਲਜ ਬੰਦ ਹੋਣ ਦੀ ਕਾਗਾਰ 'ਤੇ ਨੇ। ਸਰਕਾਰੀ ਕਾਲਜਾਂ ਵਿੱਚ ਪੜ੍ਹਦੇ ਬੱਚਿਆਂ ਦਾ ਭਵਿੱਖ, ਸਰਕਾਰੀ ਕਾਲਜਾਂ ਦਾ ਭਵਿੱਖ ਦਾਅ 'ਤੇ ਲੱਗਿਆ ਹੋਇਆ ਹੈ। ਇਸ ਨੂੰ ਬਚਾਉਣ ਦੇ ਲਈ 1158 ਨੂੰ ਬਚਾਉਣ ਦੀ ਲੋੜ ਹੈ। ਜੁੜੇ ਰਹੋ ਸਿਰਲੇਖ ਦੇ ਨਾਲ।